ਗੁਰੂ ਰੂਪ ਗੁਰੂ ਪਿਆਰੇ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਾਸਗ੍ਰਾਸ ਸਿਮਰਨ ਅਤੇ ਸਾਸਾ ਸਿਮਰਨ ਕਰ ਰਹੇ ਸੀ। ਮਹਾਰਾਜ ਨੇ ਕਿਰਪਾ ਕੀਤੀ ਕਿ ਇਸ ਤਰੀਕੇ ਦੇ ਨਾਲ ਅਭਿਆਸ ਕਰਾਇਆ, ਜੁਗਤੀ ਨਾਲ, ਕਿ ਸਾਡਾ ਜਿਹੜਾ ਮਨ ਹੈ ਟਿਕਾਊ ਦੇ ਵਿੱਚ ਆਵੇ। ਹੁਣ ਕਈ ਗੁਰਮੁਖ ਕਈ ਵਾਰੀ ਪੁੱਛਦੇ ਹੁੰਦੇ ਆ ਕਿ ਜਿਹੜਾ ਗੁਰਮੰਤਰ ਆ, ਜੇ ਉਂਝ ਕੋਈ ਸਵਾਸਾਂ ਤੋਂ ਬਗੈਰ ਜਾਪ ਕਰਦਾ, ਜਿਵੇਂ ਕਈ ਹੈਗੇ ਆ ਗੁਰਮੁਖ, ਉਹ ਵਾਹਿਗੁਰੂ ਵਾਹਿਗੁਰੂ ਕਰਦੇ ਆ ਪਰ ਉਹ ਸਵਾਸਾਂ ਦਾ ਨਾਲ ਇਸਤੇਮਾਲ ਨਹੀਂ ਕਰਦੇ, ਜਿਵੇਂ ਕਿ ਵਾਹਿਗੁਰੂ 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 ਇੱਕੋ ਸਵਾਸ ਦੇ ਵਿੱਚ ਜਿੱਦਾਂ ਕਈ ਵਾਰੀ ਕਹਿਣਾ, ਉਹ ਉਸ ਦੇ ਨਾਲ ਕੀ ਹੁੰਦਾ ਹੈ ਕਿ ਜੇਕਰ ਤੁਸੀਂ ਸਵਾਸਾਂ ਦਾ ਇਸਤੇਮਾਲ ਨਹੀਂ ਕਰ ਰਹੇ ਜਦੋਂ ਗੁਰਮੰਤਰ ਦਾ ਜਾਪ ਕਰਦੇ ਆ, ਕਿ ਮਨ ਜਿਹੜਾ ਆ ਉਹ ਥੋੜ੍ਹਾ ਥੋੜ੍ਹਾ ਸਵਾਸ ਉਸ ਵੇਲੇ ਬਚਾ ਰਿਹਾ ਹੁੰਦਾ, ਅਤੇ ਜਿੰਨਾ ਕੁ ਹਿੱਸਾ ਤੁਹਾਡਾ ਮਨ ਟਿਕਾਊ ਦੇ ਵਿੱਚ ਆਉਂਦਾ ਉਹਨਾਂ ਸਵਾਸ ਬਚ ਜਾਂਦਾ ਹੈ। ਜਦੋਂ ਅਸੀਂ ਗੁਰਮੰਤਰ ਦਾ ਅਭਿਆਸ ਕਰਦੇ ਹਾਂ, ਪਾਉਣ ਨੂੰ ਪੂਰੀ ਤਰ੍ਹਾਂ ਨਾਲ ਜੋੜ ਕੇ ਇੱਕ ਇੱਕ ਸਵਾਸ ਦੇ ਨਾਲ ਇੱਕ ਵਾਰੀ ਗੁਰਮੰਤਰ ਉਚਾਰਨ ਕਰ ਰਹੇ ਹਾਂ, ਅਤੇ ਸਾਡਾ ਜਿਹੜਾ ਸਵਾਸ ਆ ਉਹਦੀ ਬਚਤ ਜ਼ਿਆਦਾ ਹੁੰਦੀ ਆ, ਬਹੁਤ ਘੱਟ ਕੋਈ ਮਨ ਫਿਰ ਇੱਧਰ ਉੱਧਰ ਜਾਂਦਾ ਆ। ਉਸ ਵਿਧੀ ਦੇ ਨਾਲ ਜਿੱਥੇ ਅਸੀਂ ਸਵਾਸਾਂ ਦਾ ਪਾਉਣ ਦਾ ਇਸਤੇਮਾਲ ਕਰਦੇ ਹਾਂ, ਫਿਰ ਮਨ ਜਿਹੜਾ ਟਿਕਾਊ 'ਚ ਛੇਤੀ ਆਉਂਦਾ ਹੈ। ਜਿਹੜਾ ਦੂਜੇ ਤਰ੍ਹਾਂ ਅਭਿਆਸ ਕਰਨਾ ਵਾਹਿਗੁਰੂ ਗੁਰਮੰਤਰ ਉਂਝ ਕਹੀ ਜਾਣਾ ਪਰ ਸਵਾਸਾਂ ਦਾ ਖਿਆਲ ਨਹੀਂ ਕਰਨਾ, ਉਹਦੇ ਨਾਲ ਕੀ ਹੁੰਦਾ ਕਿ ਸਵਾਸ ਬਹੁਤ ਥੋੜ੍ਹਾ ਕੋਈ ਬਚਤ ਹੁੰਦੀ ਹੈ। ਸਵਾਸਾਂ 'ਤੇ ਸਾਡਾ ਜਿਹੜਾ ਗਾਂ ਦਾ ਫੈਸਲਾ ਹੋਣਾ, ਕਿੰਨੇ ਸਵਾਸ ਅਸੀਂ ਬਚਾਏ, ਕਿੰਨੇ ਅਸੀਂ ਖਰਚੇ, ਅਤੇ ਮਨ ਛੇਤੀ ਭੱਜ ਜਾਂਦਾ ਹੈ। ਕੋਈ ਬਹੁਤ ਵਿਰਲਾ ਹੀ ਹੁੰਦਾ ਹੈ ਜਿਹੜਾ ਸੁੰਨ ਵਿੱਚ ਜਾਂਦਾ ਆ ਬਿਨਾਂ ਜੁਗਤੀ ਤੋਂ ਗੁਰਮੰਤਰ ਦਾ ਜਾਪ ਕਰਦੇ ਹੋਏ। ਤਾਂ ਮਹਾਰਾਜ ਨੇ ਕਿਹਾ ਹੋਇਆ ਸਾਨੂੰ ਗੁਰਬਾਣੀ ਦੇ ਵਿੱਚ ਕਿ ਮਨਮੁਖ ਹਰ ਹਰ ਕਰ ਥਕੇ, ਮੈਲ ਨਾ ਸਕੀ ਧੋਏ, ਕਿ ਜਿਹੜਾ ਮਨਮੁਖ ਆ ਉਹ ਵੀ ਹਰ ਹਰ ਕਰ ਲੈਂਦਾ ਹੈ, ਪਰ ਉਹ ਗੁਰੂ ਦੀ ਮੱਤ ਦਾ ਇਸਤੇਮਾਲ ਨਹੀਂ ਕਰਦਾ, ਗੁਰਮਤਿ ਦਾ ਇਸਤੇਮਾਲ ਨਹੀਂ ਕਰਦਾ, ਜੁਗਤੀ ਨਹੀਂ ਹੁੰਦੀ ਕਿਵੇਂ ਜਾਪ ਕਰਨਾ, ਅਤੇ ਉਹ ਜਾਪ ਕਰਦਾ ਕਰਦਾ ਥੱਕ ਜਾਂਦਾ, ਕਿਉਂਕਿ ਮਨ ਜਿਹੜਾ ਆ ਉਹ ਟਿਕਾਊ 'ਚ ਨਹੀਂ ਆਉਂਦਾ, ਉਹ ਫਿਰ ਮਨ ਜਿਹੜਾ ਆ ਉਹ ਮੈਲਾ ਹੀ ਰਹਿੰਦਾ ਆ। ਹੁਣ ਸਾਨੂੰ ਮਹਾਰਾਜ ਨੇ ਸਮਝਾਇਆ ਹੋਇਆ ਕਿ ਅਸੀਂ ਜੁਗਤੀਆਂ ਦਾ ਇਸਤੇਮਾਲ ਕਰਨਾ, ਜੋ ਮਹਾਰਾਜ ਨੇ ਦੱਸਿਆ ਹੋਇਆ ਸਾਨੂੰ, ਸਾਸ ਗ੍ਰਾਸ ਸਿਮਰਨ, ਸਾਸ ਸਾਸ ਸਿਮਰਨ, ਰੋਮ ਰੋਮ ਸਿਮਰਨ। ਸ਼ਬਦ ਜਿਹੜਾ ਆ, ਸੁਰਤੀ ਜਿਹੜੀ ਸਾਡੀ, ਉਸ ਸ਼ਬਦ ਦੇ ਵਿੱਚ, ਗੁਰ ਸ਼ਬਦ ਦੇ ਵਿੱਚ ਅਸੀਂ ਪਹਿਲਾਂ ਧਿਆਨ ਰੱਖਦੇ ਹਾਂ, ਜਿਹਨੂੰ ਕਹਿ ਦਿੱਤਾ ਕਿ ਇਹ ਆਵਾਜ਼ ਆ, ਧੁਨ ਜੋ ਅਸੀਂ ਉਚਾਰਨ ਕਰ ਰਹੇ ਹਾਂ ਪਾਉਣ ਦਾ ਇਸਤੇਮਾਲ ਕਰਕੇ, ਜਿਹਨੂੰ ਮਹਾਰਾਜ ਕਹਿੰਦੇ ਧੁਨ ਮੇ ਧਿਆਨ। ਧਿਆਨ ਦੀ ਅਵਸਥਾ ਦੇ ਵਿੱਚ ਫਿਰ ਜਾਣਾ ਹੁੰਦਾ ਅਸੀਂ, ਜਿਹਨੂੰ ਮਹਾਰਾਜ ਕਹਿੰਦੇ ਧੁਨ ਮੇ ਧਿਆਨ, ਧਿਆਨ ਮੇ ਜਾਣਿਆ ਗੁਰਮੁਖ ਕਥ ਕਹਾਣੀ, ਕਿ ਗੁਰਮੁਖ ਆਪਣੇ ਆਵਾਜ਼ ਵਿੱਚ ਪਹਿਲਾਂ ਧਿਆਨ ਰੱਖਦੇ ਆ, ਆਵਾਜ਼ ਵਿੱਚ ਧਿਆਨ ਰੱਖਦੇ ਹੋਏ ਉਹ ਫਿਰ ਧਿਆਨ ਦੀ ਅਵਸਥਾ ਦੇ ਵਿੱਚ ਪਹੁੰਚਦੇ ਆ। ਜਿਹੜਾ ਧਿਆਨ ਦੀ ਅਵਸਥਾ ਵਿੱਚ ਪਹੁੰਚਦਾ ਆ ਉਹ ਇਸ ਪੌਣ ਪਾਣੀ ਵੈਸੰਤਰ ਤੋਂ ਉੱਪਰ ਉੱਠ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਪਵਨ ਪਾਣੀ ਅਗਨੀ ਬਿਸਰਾਓ ਤਹੀ ਨਿਰੰਜਨ ਸਾਚਾ ਨਾਉ, ਕਿ ਜਿੱਥੇ ਪੌਣ ਪਾਣੀ ਵੈਸੰਤਰ ਖਤਮ ਹੋ ਜਾਂਦੇ ਆ ਉੱਥੇ ਜਾ ਕੇ ਸਾਨੂੰ ਉਹ ਨਾਮ ਪ੍ਰਾਪਤ ਹੁੰਦਾ ਹੈ ਜੋ ਪੌਣ ਪਾਣੀ ਵੈਸੰਤਰ ਤੋਂ ਉੱਪਰ ਹੈ। ਹੁਣ ਗੁਰਮੰਤਰ ਦਾ ਇਸਤੇਮਾਲ ਅਸੀਂ ਕਰਦੇ ਹਾਂ ਪਾਉਣ ਦਾ ਸ਼ਬਦ ਵਰਤ ਕੇ, ਪਾਉਣ ਨੂੰ ਵਰਤ ਕੇ, ਅਤੇ ਭਾਈ ਗੁਰਦਾਸ ਜੀ ਵੀ ਕਹਿੰਦੇ ਆ ਪਾਉਣ ਗੁਰੂ ਗੁਰ ਸ਼ਬਦ ਹੈ, ਵਾਹ ਗੁਰੂ ਗੁਰ ਸ਼ਬਦ ਸੁਣਾਇਆ, ਕਿ ਗੁਰੂ ਘਰ ਦੇ ਵਿੱਚ ਸਾਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਵਾਹਿਗੁਰੂ ਗੁਰਮੰਤਰ ਦਿੱਤਾ, ਅਤੇ ਉਹ ਪਾਉਣ ਦਾ ਸ਼ਬਦ ਇਸਤੇਮਾਲ ਕਰਕੇ ਅਸੀਂ ਜਾਪ ਕਰ ਰਹੇ ਹੁੰਦੇ ਹਾਂ। ਹੁਣ ਇਹ ਜਿਹੜੇ ਪਾਉਣ ਆ ਇਹ ਦੋ ਸਿਰਿਆਂ ਨੂੰ ਮਿਲਾਉਂਦੀ ਹੈ, ਜੋ ਸਾਡੇ ਇਸ ਨਾਭੀ 'ਤੇ ਇੱਕ ਸਿਰਾ ਆ, ਅਤੇ ਉੱਪਰ ਜਿੱਥੇ ਸਹਿਜ ਗੁਫਾ ਆ ਉਹ ਦੂਜਾ ਸਿਰਾ ਗਿਣਿਆ ਜਾਂਦਾ। ਮਹਾਰਾਜ ਕਹਿੰਦੇ ਆ ਕਿ ਨਾਭੀ 'ਤੇ ਇੱਕ ਸਿਰਾ ਉਹ ਹੈ ਮੂਲ ਦੁਆਰੇ ਬੰਧਿਆ ਬੰਧ, ਕਿ ਮੂਲਾਧਾਰ ਚੱਕਰ ਜਿਹੜਾ ਆ ਉੱਥੇ ਇੱਕ ਸਿਰਾ ਆ। ਦੂਜਾ ਹੈ ਜਿਹਨੂੰ ਮਹਾਰਾਜ ਕਹਿੰਦੇ ਸਹਿਜ ਗੁਫਾ ਮੈਂ ਆਸਣ ਬੰਧਿਆ, ਉਹ ਸਾਡੇ ਅੱਖਾਂ ਦੇ ਦਰਮਿਆਨ, ਇਸ ਫਾਸਲੇ ਦੇ ਵਿੱਚ ਹੈ ਭਵ ਸਾਗਰ। ਭਵ ਸਾਗਰ ਹੈ ਜਿਹੜਾ ਅਸੀਂ ਤ੍ਰਿਲੋਕੀ ਦੇ ਵਿੱਚ ਆਉਂਦੇ ਤ੍ਰੈ ਗੁਣਾਂ ਦੇ ਵਿੱਚ, ਜਿਹਨੂੰ ਮਹਾਰਾਜ ਕਹਿੰਦੇ ਆ ਕਿ ਰਜ ਗੁਣ, ਤਮ ਗੁਣ, ਸਤਗੁਣ ਕਹੀਏ ਇਹ ਤੇਰੀ ਸਭ ਮਾਇਆ।
ਰਜੋਗੁਣ ਜਿਹੜਾ ਆ ਇਸ ਨੂੰ ਅਗਨ ਸਾਗਰ ਕਹਿ ਦਿੱਤਾ, ਤਮੋਗੁਣ ਨੂੰ ਬਿਕ ਸਾਗਰ ਅਤੇ ਸਤੋਗੁਣ ਨੂੰ ਸੁਖ ਸਾਗਰ। ਇਹ ਤਿੰਨੇ ਮਿਲਾ ਕੇ ਇਹਨਾਂ ਨੂੰ ਭਵ ਸਾਗਰ ਕਹਿ ਦਿੱਤਾ ਆ, ਜਿਸ ਨੂੰ ਅਸੀਂ ਪਾਰ ਕਰਨਾ ਹੈ। ਇਹ ਹੈ ਸਾਡੇ ਵਿਚਾਰ ਫੁਰਨੇ, ਜਿੱਥੇ ਅਸੀਂ ਆ ਕੇ ਕਦੇ ਸਤੋਗੁਣ 'ਤੇ ਬੈਠ ਜਾਂਦੇ ਹਾਂ, ਕਦੇ ਸਾਡਾ ਮਨ ਰਜੋਗੁਣ 'ਤੇ ਚਲੇ ਜਾਂਦਾ ਆ, ਕਦੇ ਅਸੀਂ ਤਮੋਗੁਣ 'ਤੇ ਆ ਜਾਂਦੇ ਹਾਂ। ਹੁਣ ਜਦੋਂ ਅਸੀਂ ਅਭਿਆਸ ਕਰਦੇ ਹਾਂ, ਅਸੀਂ ਗੁਰਮੰਤਰ ਦਾ ਇਸ ਤਰੀਕੇ ਨਾਲ ਇਸਤੇਮਾਲ ਕਰਨਾ ਹੁੰਦਾ ਕਿ ਸਵਾਸਾਂ ਦੇ ਨਾਲ ਜੋੜ ਕੇ ਫਿਰ ਅਸੀਂ ਭਵ ਸਾਗਰ ਨੂੰ ਪਾਰ ਕਰਨਾ। ਫਿਰ ਅਸੀਂ ਜਾਣਾ ਆਪਣੇ ਘਰ ਵਿੱਚ, ਜੋ ਤ੍ਰੈਗੁਣਾਂ ਤੋਂ ਉੱਪਰ ਅਸੀਂ ਫਿਰ ਉੱਠਦੇ ਹਾਂ ਅਤੇ ਸਾਡਾ ਮਨ ਫੁਰਨਿਆਂ ਤੋਂ ਰਹਿਤ ਹੋ ਕੇ ਸੁੰਨ ਵਿੱਚ ਬੈਠ ਜਾਂਦਾ, ਜਿਹਨੂੰ ਮਹਾਰਾਜ ਕਹਿੰਦੇ ਆ ਸਤਿਗੁਰ ਤੇ ਪਾਏ ਵਿਚਾਰਾ, ਸੁੰਨ ਸਮਾਧ ਸੱਚੇ ਘਰ ਬਾਹਰਾ। ਉੱਥੇ ਚੱਲਦਾ ਹੈ ਨਾਮ, ਜਿਹਨੂੰ ਮਹਾਰਾਜ ਕਹਿੰਦੇ ਨਾਨਕ ਨਿਰਮਲ ਨਾਦ ਸ਼ਬਦ ਧੁਨ ਸੱਚ ਰਾਮੇ ਨਾਮ ਸਮਾਇਂਦਾ। ਉਹਨੂੰ ਨਾਦ ਕਹਿ ਦਿੱਤਾ ਆ, ਗੁਰਬਾਣੀ ਦੇ ਵਿੱਚ ਉਹਨੂੰ ਤੂਰ ਵੀ ਕਿਹਾ ਹੋਇਆ ਆ, ਸਹਿਜ ਧੁਨ ਕਹਿ ਦਿੱਤਾ ਆ। ਉਸ ਦੇ ਨਾਲ ਅਸੀਂ ਜੁੜਨਾ ਹੁੰਦਾ। ਜਦੋਂ ਸਾਡੀ ਸੁਰਤੀ ਪੌਣ ਤੋਂ ਅਤੀਤ ਹੋ ਕੇ ਉਸ ਸ਼ਬਦ ਨਾਲ ਜੁੜਦੀ ਆ ਅਤੇ ਸਾਡੀ ਜਿਹੜੀ ਸੁਰਤੀ ਆ ਉਸ ਸ਼ਬਦ ਵਿੱਚ ਸਮਾਉਂਦੀ ਆ, ਫਿਰ ਜਿੱਥੋਂ ਸ਼ਬਦ ਪ੍ਰਗਟ ਹੋ ਰਿਹਾ ਆ ਜੋ ਹੈ ਪ੍ਰਮਾਤਮਾ ਦਾ ਮੁੱਖ, ਉਸ ਪ੍ਰਮਾਤਮਾ ਦੇ ਅਸੀਂ ਫਿਰ ਸਨਮੁਖ ਹੋ ਜਾਂਦੇ ਹਾਂ, ਉਸ ਸ਼ਬਦ ਨੂੰ ਫੋਲੋ ਕਰਕੇ ਉਹਦੇ ਵਿੱਚ ਸਮਾ ਕੇ। ਮਹਾਰਾਜ ਕਹਿੰਦੇ ਆ ਕਿ ਗੁਰਬਾਣੀ ਵਿੱਚ ਕਿ ਤੇਰਾ ਮੁਖ ਸੁਹਾਵਾ ਜੀ ਉਹ ਸਹਿਜ ਧੁਨ ਬਾਣੀ। ਸਹਿਜ ਧੁਨ ਬਾਣੀ, ਸਹਿਜ ਧੁਨ ਨਾਮ ਨਾਦ ਪ੍ਰਮਾਤਮਾ ਆਪ ਉਚਾਰਨ ਕਰ ਰਿਹਾ ਆ। ਜਦੋਂ ਸਾਡੀ ਸੁਰਤੀ ਉਸ ਨਾਮ ਵਿੱਚ ਸਮਾ ਜਾਂਦੀ ਆ, ਪੌਣ ਤੋਂ ਅਸੀਂ ਵੱਖ ਹੋ ਕੇ ਉਸ ਨੂੰ ਸੁਣਦੇ ਹਾਂ ਉਸ ਸ਼ਬਦ ਨੂੰ, ਅਤੇ ਸਾਡੇ ਜਿਹੜੇ ਮਨ ਆ ਉਹ ਪ੍ਰਮਾਤਮਾ ਦੇ ਸਨਮੁਖ ਹੋ ਜਾਂਦੇ ਆ। ਫਿਰ ਉੱਥੇ ਹੁੰਦਾ ਕਿ ਪ੍ਰਮਾਤਮਾ ਦੇ ਦਰਸ਼ਨ ਕਰ ਰਹੇ ਹਾਂ, ਫਿਰ ਸਾਡੀ ਜੋਤ ਉਹਨਾਂ ਵਿੱਚ ਮਿਲ ਜਾਏ, ਫਿਰ ਉਹ ਸਤਿਗੁਰ ਪ੍ਰਕਾਸ਼ ਰੂਪ ਪ੍ਰਮਾਤਮਾ ਦੇ ਸੇਵਾ ਕਰਨੀ ਹੁੰਦੀ ਹੈ ਦੇਖ ਦੇਖ ਕੇ, ਜਿਹਨੂੰ ਮਹਾਰਾਜ ਕਹਿੰਦੇ ਨਦਰੀ ਸਤਿਗੁਰ ਸੇਵੀਏ ਨਦਰੀ ਸੇਵਾ ਹੋਏ, ਨਦਰੀ ਇਹ ਮਨ ਵਸ ਆਵੇ, ਨਦਰੀ ਮਨ ਨਿਰਮਲ ਹੋਏ। ਕਿ ਨਜ਼ਰਾਂ ਦੁਆਰਾ ਵੇਖ ਵੇਖ ਕੇ ਉਸ ਅਕਾਲ ਪੁਰਖ ਦੀ ਸੇਵਾ ਕਰਨੀ ਹੁੰਦੀ ਹੈ, ਫਿਰ ਜਾ ਕੇ ਸਾਡੀ ਜਿਹੜੀ ਜੋਤ ਆ ਉਹਨਾਂ ਵਿੱਚ ਮਿਲ ਜਾਂਦੀ ਹੈ। ਇਹ ਅਖੀਰਲੀ ਸਟੈਪ ਹੁੰਦੀ ਹੈ, ਅਖੀਰਲਾ ਜਿਹੜਾ ਸਾਡੇ ਗੋਲ ਆ ਕਿ ਅਸੀਂ ਅਭੇਦ ਹੋ ਜਾਈਏ ਪ੍ਰਮਾਤਮਾ ਦੇ ਵਿੱਚ। ਹੁਣ ਜ਼ਰੂਰੀ ਆ ਕਿ ਅਸੀਂ ਜੁਗਤ ਦੁਆਰਾ ਅਭਿਆਸ ਕਰੀਏ, ਕਿਉਂਕਿ ਮਹਾਰਾਜ ਨੇ ਦੱਸਿਆ ਹੋਇਆ ਕਿ ਰਾਮ ਰਾਮ ਕਰਤਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ। ਕਿ ਸਾਰੇ ਰਾਮ ਰਾਮ ਕਰ ਰਹੇ ਆ, ਪਰ ਜੋ ਗੁਰੂ ਦੀ ਮੱਤ ਅਨੁਸਾਰ ਚੱਲਦਾ ਆ, ਅਤੇ ਗੁਰੂ ਸਾਨੂੰ ਜੁਗਤੀ ਬਖਸ਼ਦੇ ਆ। ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਗਤ ਦੁਆਰਾ ਜਦੋਂ ਅਸੀਂ ਅਭਿਆਸ ਕਰਦੇ ਹਾਂ, ਅਤੇ ਫਿਰ ਅਸੀਂ ਉਸ ਰਾਮ ਨੂੰ ਪਾ ਸਕਦੇ ਹਾਂ। ਜੇਕਰ ਅਸੀਂ ਆਪਣੀ ਮੱਤ ਦੁਆਰਾ ਸੋਚਦੇ ਹਾਂ ਕਿ ਅਸੀਂ ਇਸ ਤਰੀਕੇ ਨਾਲ ਆਪ ਜਾਪ ਕਰਕੇ ਪਾ ਲਾਂਗੇ, ਅਤੇ ਗੁਰੂ ਦੇ ਜਿਹੜੀ ਸਿੱਖਿਆ ਆ, ਗੁਰਮਤਿ ਜਿਹੜੀ ਸਿੱਖਿਆ ਆ, ਉਸ ਨੂੰ ਇਗਨੋਰ ਕਰੀ ਜਾਂਦੇ ਹਾਂ, ਆਪਣੇ ਆਪ ਨੂੰ ਜ਼ਿਆਦਾ ਸਿਆਣੇ ਸਮਝਦੇ ਹਾਂ, ਅਤੇ ਫਿਰ ਸਾਡੀ ਜਿਹੜੀ ਕਹਾਣੀ ਉੱਥੇ ਦੀ ਉੱਥੇ ਹੀ ਰਹਿੰਦੀ ਆ। ਅਸੀਂ ਤ੍ਰੈਗੁਣਾਂ ਦੇ ਵਿੱਚ ਸੁੱਤੇ ਰਹਿੰਦੇ ਹਾਂ, ਮਨ ਜਿਹੜਾ ਅਸ਼ਾਂਤ ਰਹਿੰਦਾ ਆ, ਅਤੇ ਫਿਰ ਅਸੀਂ ਕਹਿੰਦੇ ਕਿ ਸਾਡੀ ਗੱਲ ਨਹੀਂ ਬਣ ਰਹੀ। ਤਾਂ ਹੀ ਜ਼ਰੂਰੀ ਹੈ ਕਿ ਜੋ ਗੁਰੂ ਸਾਹਿਬ ਨੇ ਸਾਨੂੰ ਮਹਾਰਾਜ ਨੇ ਦੱਸਿਆ ਹੋਇਆ ਗੁਰਬਾਣੀ ਵਿੱਚ, ਉਸ ਮੁਤਾਬਕ ਅਸੀਂ ਚੱਲੀਏ। ਤਾਂ ਹੀ ਮਹਾਰਾਜ ਨੇ ਕਿਹਾ ਕਿ ਇੱਕ ਇੱਕ ਦਮ ਸਵਾਸ ਜਿਹੜਾ ਉਹਨੂੰ ਸਾਂਭਣਾ ਆ, ਜਿਹਨੂੰ ਮਹਾਰਾਜ ਕਹਿੰਦੇ ਦਮ ਦਮ ਸਦਾ ਸੰਭਾਲਦਾ, ਦਮ ਨਾ ਬਿਰਥਾ ਜਾਏ। ਜਦੋਂ ਅਸੀਂ ਆਪਣਾ ਇੱਦਾਂ ਅਭਿਆਸ ਕਰਦੇ ਹਾਂ ਸਵਾਸਾਂ ਦੇ ਨਾਲ, ਜਾਂ ਫਿਰ ਰੋਮ ਰੋਮ ਸਿਮਰਨ ਦੇ ਨਾਲ ਕੀ ਹੁੰਦਾ ਕਿ ਅਸੀਂ ਪਲਸ ਨਾਲ ਸ਼ੁਰੂ ਕਰਦੇ ਹਾਂ, ਹਿਰਦੇ ਦੀ ਧੜਕਣ ਨਾਲ ਅਭਿਆਸ ਕਰਨ ਲੱਗ ਪੈਂਦੇ ਹਾਂ। ਜਿੰਨਾ ਚਿਰ ਤੱਕ ਅਸੀਂ ਇਸ ਸਰੀਰ ਵਿੱਚ ਰਹਿਣਾ ਆ, ਸਾਡੀ ਹਿਰਦੇ ਦੀ ਧੜਕਣ ਜਿਹੜੀ ਆ, ਹਿਰਦਾ ਜਿਹੜਾ ਹੈ ਇਹਨੇ ਬੀਟ ਕਰਨਾ, ਧੜਕਣ ਚੱਲੂਗੀ, ਅਤੇ ਸਾਡੇ ਜਿਹੜੇ ਸਵਾਸ ਹੈ ਇਹਨਾਂ ਨੇ ਵੀ ਚੱਲਣਾ ਆ। ਇਹ ਸਵਾਸ ਜਿਹੜੇ ਆ ਸਾਨੂੰ ਆਉਣੇ ਆ, ਮਹਾਰਾਜ ਨੇ ਬਖਸ਼ਣੇ। ਜਿਸ ਦਿਨ ਮਹਾਰਾਜ ਨੇ ਇਹ ਸਵਾਸ ਖਿੱਚ ਲੈ, ਅਤੇ ਜਿਹਨੂੰ ਮਹਾਰਾਜ ਕਹਿੰਦੇ ਜਾ ਕੇ ਸਾਸ ਨਾ ਕਾਢਤ ਆਪ ਤਾਕੋ ਰੱਖਦੇ ਕਰ ਹੱਥ, ਕਿ ਜਿੰਨਾ ਚਿਰ ਉਹ ਸਵਾਸ ਕੱਢਦੇ ਨਹੀਂ, ਉਹਨਾਂ ਨੇ ਸਾਡੀ ਰੱਖਿਆ ਕਰਕੇ ਕਿ ਸਾਨੂੰ ਇਸ ਸਰੀਰ ਦੇ ਵਿੱਚ ਰੱਖਣਾ ਆ,
ਅਤੇ ਜਿਸ ਦਿਨ ਉਹਨਾਂ ਨੇ ਫੈਸਲਾ ਕੀਤਾ ਕਿ ਹੁਣ ਜਾਣ ਦਾ ਸਮਾਂ, ਉਹਨਾਂ ਨੇ ਸਵਾਸ ਕੱਢ ਦੇਣਾ, ਅਤੇ ਇਹ ਸਰੀਰ ਫਿਰ ਅਸੀਂ ਜਾਪ ਕਰਨ ਲਈ ਵਰਤ ਨਹੀਂ ਸਕਦੇ। ਅਖੀਰ ਤਾਈਂ ਸਾਡੇ ਹਾਰਟ ਬੀਟ ਵੀ ਚੱਲੂਗੀ, ਸਾਡਾ ਜਿਹੜਾ ਸਵਾਸ ਹੈ ਪੌਣ ਚੱਲਣੇ ਆ। ਸਵਾਸ ਜਿਹੜੇ ਸਾਨੂੰ ਮਹਾਰਾਜ ਬਖਸ਼ ਰਹੇ ਆ, ਇਹਨਾਂ ਦਾ ਇਸਤੇਮਾਲ ਅਸੀਂ ਕਰ ਰਹੇ, ਜਿਵੇਂ ਵਾਜਾ ਹੁੰਦਾ ਆ, ਵਾਜਾ ਵਜਾਇਆ ਜਾਂਦਾ ਹੈ, ਪੌਣ ਨੂੰ ਪੰਪ ਕੀਤਾ ਜਾਂਦਾ ਆ। ਉਹ ਫਿਰ ਸਾਡਾ ਜਿਹੜਾ ਮਨ ਆ, ਇਹਨਾਂ ਦੋਨਾਂ ਨੂੰ ਸਾਰਾ ਜੀਵਨ ਇਹਦਾ ਪ੍ਰੈਕਟਿਸ ਕਰਦਾ ਰਹਿੰਦਾ, ਅਤੇ ਉਹ ਸ਼ਬਦ ਗੁਰਮੰਤਰ ਉਹ ਸਾਡੇ ਵਿੱਚ, ਸਾਡੇ ਮਨ ਵਿੱਚ ਵਸ ਜਾਂਦਾ ਹੈ। ਮਾੜਾ ਵੀ ਸਾਡਾ ਫਿਰ ਧਿਆਨ ਸਾਡੇ ਸਾਸਾਂ ਵੱਲ ਚੱਲੇ ਅਤੇ ਸਾਨੂੰ ਗੁਰਮੰਤਰ ਆਪਣੇ ਆਪ ਚੱਲਣ ਲੱਗ ਪੈਂਦਾ। ਮਾੜਾ ਜਿਹਾ ਧਿਆਨ ਸਾਡਾ ਹਿਰਦੇ ਦੀ ਧੜਕਣ 'ਤੇ ਚੱਲੇ ਅਤੇ ਸਾਡੇ ਅੰਤਰਗਤ ਗੁਰਮੰਤਰ ਚੱਲਣ ਲੱਗ ਪੈਂਦਾ। ਫਿਰ ਕੀ ਹੁੰਦਾ ਹੈ ਕਿ ਐਸਾ ਵੀ ਪੁਆਇੰਟ ਆਉਂਦਾ ਹੈ ਕਿ ਉਹ ਆਪਣੇ ਆਪ ਹੀ ਗੁਰਮੰਤਰ ਅੰਦਰ ਵਸ ਜਾਂਦਾ ਹੈ, ਚੱਲੀ ਜਾਂਦਾ ਨੋ ਮੈਟਰ ਵਾਟ। ਪਰ ਫਿਰ ਮਹਾਰਾਜ ਨੇ ਸਾਨੂੰ ਸਮਝਾਇਆ ਹੋਇਆ ਕਿ ਅਸੀਂ ਉਸ ਨਾਮ ਨੂੰ ਪਕੜਨਾ ਆ ਆਪਣੀ ਸੁਰਤੀ ਦੁਆਰਾ, ਜੋ ਸਾਡੇ ਸਾਰੇ ਸਰੀਰਾਂ ਦੇ ਵਿੱਚ ਵਸਦਾ ਹੈ, ਜਿਸ ਨੂੰ ਮਹਾਰਾਜ ਕਹਿੰਦੇ ਆ ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ, ਕਿ ਸਾਰਿਆਂ ਦੀ ਦੇਹ ਦੇ ਵਿੱਚ ਭਾਵੇਂ ਗੁਰਮੁਖ ਹੋਵੇ ਜਾਂ ਮਨਮੁਖ ਹੋਵੇ, ਉਹਨਾਂ ਦੇ ਅੰਦਰ ਨਾਮ ਹੈ। ਨਾਮ ਤਾਂ ਸਾਰੀ ਜਗ੍ਹਾ ਆ, ਜਿਹਨੂੰ ਮਹਾਰਾਜ ਕਹਿੰਦੇ ਜੇਤਾ ਕੀਤਾ ਤੇਤਾ ਨਾਉ ਵਣ ਨਾਮੈ ਨਾਹੀ ਕੋ ਥਾਉ, ਕਿ ਹਰੇਕ ਜਗ੍ਹਾ ਨਾਮ ਵਸਦਾ ਆ। ਉਹ ਨਾਮ ਸਾਡੀ ਭਾਸ਼ਾ ਦੇ ਵਿੱਚ ਨਹੀਂ, ਅਸੀਂ ਉਸ ਦੇ ਵਿੱਚ ਧਿਆਨ ਲਾ ਕੇ ਫਿਰ ਅਸੀਂ ਸਦੀਵੀ ਅਮਰ ਪਦਵੀ ਨੂੰ ਹਾਸਲ ਕਰਨਾ ਆ। ਗੁਰਮੰਤਰ ਸਾਨੂੰ ਉਸ ਨਾਮ ਦੇ ਨਾਲ ਜੋੜ ਦਿੰਦਾ ਆ। ਹੁਣ ਇਹ ਤਾਂ ਹੋਇਆ ਗੁਰਮੰਤਰ ਪ੍ਰਥਾ ਹੈ ਕਿ ਕਿਵੇਂ ਅਸੀਂ ਜਾਪ ਕਰਨਾ। ਅਤੇ ਪਿਛਲੇ ਹਫ਼ਤੇ ਇੱਕ ਸਵਾਲ ਪੁੱਛਿਆ ਸੀਗਾ, ਉਹ ਸੀ ਕਿ ਜਿਹੜਾ ਯੁੱਗ ਚੱਲ ਰਿਹਾ ਆ ਉਹਨੂੰ ਕਹਿੰਦੇ ਕਲ ਯੁੱਗ, ਦ ਡਾਰਕ ਏਜ, ਕਿ ਗੁਰੂ ਸਾਹਿਬ ਨੇ ਗੁਰਬਾਣੀ ਵਿੱਚ ਸਾਨੂੰ ਸਮਝਾਇਆ ਹੋਇਆ ਕਿ ਇਹ ਜਿਹੜਾ ਯੁੱਗ ਚੱਲ ਰਿਹਾ ਆ, ਇਹ ਕਿਤੇ ਕੋਈ ਖਾਸ ਜਗ੍ਹਾ ਆ ਕੇ ਬੈਠਾ ਨਹੀਂ, ਜਿਵੇਂ ਕਿ ਇਹਨੇ ਕੋਈ ਮਹਿਲ ਉਸਾਰ ਕੇ ਆਪਣੇ ਆਪ ਨੂੰ ਬਿਠਾਇਆ ਨਹੀਂ ਹੋਇਆ। ਕੋਈ ਇਹ ਵੀ ਨਹੀਂ ਕਹਿ ਸਕਦੇ ਕਿ ਇਹ ਫਲਾਣੇ ਤੀਰਥ 'ਤੇ ਬੈਠਾ ਹੋਇਆ ਹੈ ਜਿਹੜਾ ਯੁੱਗ ਆ। ਸੋ ਅਸੀਂ ਇਹ ਵਿਚਾਰ ਕਰਨੀ ਹੈ ਕਿ ਮਹਾਰਾਜ ਨੇ ਦੱਸਿਆ ਹੋਇਆ ਕਿ ਇਹ ਜਿਹੜਾ ਯੁੱਗ ਆਇਆ ਤਾਂ ਹੈ, ਪਰ ਇਸ ਨੇ ਕਿਸ 'ਤੇ ਅਸਰ ਕੀਤਾ ਹੋਇਆ। ਮਹਾਰਾਜ ਫਰਮਾਉਂਦੇ ਨੇ ਕਿ ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨੀਅਰ ਤਪਤ ਰਹਿ, ਕਿ ਸਤਯੁਗ ਤੋਂ ਲੈ ਕੇ ਕਲਯੁਗ ਤਾਈਂ ਇਹ 4 ਯੁੱਗਾਂ ਦੀ ਜਿਹੜੇ ਸਮਾਂ ਚੱਲ ਰਿਹਾ ਆ, ਚੌਂਕੜੀ ਆ ਯੁੱਗਾਂ ਦੀ। ਜਿਹੜਾ ਚੰਦਰਮਾ ਉਦੋਂ ਸਤਯੁਗ ਦੇ ਵਿੱਚ ਸੀਗਾ, ਉਹੀ ਹੁਣ ਚੰਦਰਮਾ ਆ, ਉਹੀ ਤਾਰੇ ਨੇ। ਦਿਨ ਜਿਹੜਾ ਆ ਉਹੀ ਚੜ੍ਹਦਾ ਆ ਜਦੋਂ ਸੂਰਜ ਆਕਾਸ਼ ਚੜ੍ਹਦਾ, ਅਤੇ ਉਹੀ ਧਰਤੀ ਆ, ਉਹੀ ਪੌਣ ਆ। ਮਹਾਰਾਜ ਕਹਿੰਦੇ ਆ ਸੋਈ ਚੰਦ ਚੜ੍ਹੇ ਸੇ ਤਾਰੇ, ਸੋਈ ਦਿਨੀਅਰ ਤਪਤ ਰਹਿ, ਸਾ ਧਰਤੀ ਸੋ ਪੌਣ ਝੁਲਾਰੇ, ਜੁਗ ਜੀ ਖੇਲੇ ਥਾਵ ਕੈਸੇ। ਜੀਵਨ ਤਲਬ ਨਿਵਾਰ, ਹੋਵੈ ਪ੍ਰਵਾਣਾ ਕਰੇ ਧਿਆਣਾ, ਕਲ ਲਖਣ ਵਿਚਾਰ ਰਹਾਓ। ਮਹਾਰਾਜ ਨੇ ਸਾਨੂੰ ਸਮਝਾਇਆ ਹੋਇਆ ਕਿ ਉਹੀ ਧਰਤੀ ਆ, ਉਹੀ ਪੌਣ ਝੁੱਲ ਰਹੇ ਆ, ਅਤੇ ਜਿਹੜੇ ਜੀਵ ਆ ਇਸ ਜਗਤ ਵਿੱਚ, ਉਹਨਾਂ ਦੇ ਨਾਲ ਇਹ ਯੁੱਗ ਜਿਹੜਾ ਹੈ ਖੇਲਦਾ ਆ। ਅਤੇ ਮਹਾਰਾਜ ਕਹਿੰਦੇ ਆ ਕਿ ਇਹ ਜਿਹੜਾ ਜੀਵਨ ਨਾਲ ਅਸੀਂ ਮੋਹ ਪਾਇਆ ਹੋਇਆ ਆ, ਇਸ ਨੂੰ ਨਿਵਾਰੋ। ਅਤੇ ਫਿਰ ਕਲਯੁੱਗ ਦੇ ਇੱਕ ਲੱਛਣ ਦੱਸਦੇ ਨੇ, ਕਹਿੰਦੇ ਹੋਵੇ ਪ੍ਰਵਾਣਾ ਕਰੇ ਧਿਆਣਾ, ਕਲ ਲਖਣ ਵਿਚਾਰ। ਕਹਿੰਦੇ ਕਿ ਕਲਯੁੱਗ ਦੇ ਵਿੱਚ ਜਿਹੜਾ ਧਿਆਣਾ ਹੁੰਦਾ ਆ ਕਿ ਜ਼ੋਰ ਜ਼ੁਲਮ ਕਰਨਾ, ਕਹਿੰਦੇ ਉਹ ਪ੍ਰਵਾਨ ਹੋਣਾ ਹੈ ਕਲਯੁੱਗ ਦੇ ਵਿੱਚ। ਕਿਤੇ ਦੇਸ ਨਾ ਆਇਆ ਸੁਣੀਏ, ਤੀਰਥ ਪਾਸ ਨਾ ਬੈਠਾ। ਕਹਿੰਦੇ ਕਿ ਇਹ ਕੋਈ ਕਹਿ ਨਹੀਂ ਸਕਦਾ ਕਿ ਫਲਾਣੇ ਦੇਸ਼ 'ਚ ਹੀ ਕਲਯੁੱਗ ਆਇਆ ਹੈ, ਕਿਸੇ ਤੀਰਥ 'ਤੇ ਬੈਠਾ ਹੋਇਆ। ਦਾਤਾ ਦਾਨ ਕਰੇ ਤੈ ਨਾਹੀਂ, ਮਹਿਲ ਉਸਾਰ ਨਾ ਬੈਠਾ, ਕਿ ਕਿਤੇ ਦਾਨ ਪੁੰਨ ਹੁੰਦਾ ਹੋਵੇ, ਉੱਥੇ ਕਹਿਣ ਕੋਈ ਕਿ ਉੱਥੇ ਕਲਯੁੱਗ ਆ, ਜਾਂ ਉਹ ਕਿਸੇ ਮਹਿਲ ਨੂੰ ਉਸਾਰ ਕੇ ਉਹਦੇ ਵਿੱਚ ਬੈਠ ਗਿਆ ਹੈ ਕਲਯੁੱਗ। ਇੱਦਾਂ ਕੋਈ ਕਹਿ ਨਹੀਂ ਸਕਦਾ।
ਸੋ ਸਵਾਲ ਇਹ ਸੀਗਾ ਕਿ ਇਹ ਜਿਹੜਾ ਕਲਯੁਗ ਆ ਕਿਸ 'ਤੇ ਅਸਰ ਕਰਦਾ ਆ, ਅਤੇ ਕੁਝ ਸਾਨੂੰ ਰਿਸਪੌਂਸ ਆਏ ਸੀਗੇ। ਇੱਕ ਹੈ ਕਿ ਇਹ ਬੁੱਧੀ ਸਾਡੀ ਜਿਹੜੀ ਆ ਸਾਡੇ ਮਨ 'ਤੇ ਅਰਥਾਤ ਕਿ ਅਸਰ ਕਰਦਾ, ਅਤੇ ਇੱਕ ਹੋਰ ਜਵਾਬ ਆਇਆ ਸੀਗਾ ਕਿ ਜਿਹੜਾ ਧਰਮ ਆ, ਜਿਉਂ-ਜਿਉਂ ਯੁੱਗ ਚੱਲਦੇ ਜਾਂਦੇ ਆ, ਸਤਯੁਗ ਤੋਂ ਲੈ ਕੇ ਕਲਯੁਗ ਤਾਈਂ ਧਰਮ ਜਿਹੜਾ ਆ ਉਹਦੇ 4 ਪੈਰ ਸੀਗੇ ਅਤੇ ਕਲਯੁਗ ਦੇ ਵਿੱਚ ਉਹਦਾ ਇੱਕ ਹੀ ਪੈਰ ਰਹਿ ਜਾਂਦਾ ਹੈ, ਅਰਥਾਤ ਕਿ ਧਰਮ 'ਤੇ ਵੀ ਇਹਨੇ ਅਸਰ ਕੀਤਾ। ਅਤੇ ਦੋਨੋਂ ਜਵਾਬ ਸਹੀ ਆ। ਕਲਯੁਗ ਦੇ ਸਮੇਂ ਦੇ ਵਿੱਚ ਧਰਤੀ ਤਾਂ ਉਹੀ ਹੈ, ਸੂਰਜ ਵੀ ਉਹੀ ਹੈ, ਚੰਦਰਮਾ ਤਾਰੇ ਪੌਣ ਜਿਹੜੀ ਚੱਲ ਰਹੀ ਆ, ਪਰ ਸਾਡਾ ਜਿਹੜਾ ਮਨ ਆ ਇਹਦੀ ਅਵਸਥਾ ਬਦਲ ਚੁੱਕੀ ਹੈ। ਧਰਮ ਦੀ ਜਿਹੜੀ ਪਰਿਭਾਸ਼ਾ ਹੈ ਦੁਨੀਆ ਦੇ ਵਿੱਚ ਉਹ ਘਟ ਗਈ ਹੈ। ਜਿੱਥੇ ਮਜ਼ਬੂਤ ਸੀ 4 ਪੈਰ ਦੇ ਨਾਲ, ਹੁਣ ਇਹਦਾ ਇੱਕ ਪੈਰ ਰਹਿ ਗਿਆ ਆ, ਇਹ ਨਾਮ ਦੇ ਆਸਰੇ ਖੜ੍ਹਾ ਆ। ਮਹਾਰਾਜ ਨੇ ਗੁਰਬਾਣੀ ਸਾਨੂੰ ਸਮਝਾ ਦਿੱਤਾ ਕਿ ਸਾਡੇ ਮਨ ਦੀ ਐਸੀ ਹਾਲਤ ਆ ਕਿ ਅਸੀਂ ਪਰਮਾਤਮਾ ਤੋਂ ਇੰਨੇ ਦੂਰ ਹੋ ਗਏ ਹਾਂ। ਇਸ ਯੁੱਗ ਦੇ ਵਿੱਚ ਇੰਨਾ ਸਮਾਂ ਲੰਘ ਚੁੱਕਾ ਕਿ ਅਸੀਂ ਵਾਪਸ ਨਹੀਂ ਮੁੜੇ। ਸਾਡਾ ਜਿਹੜਾ ਮਨ ਹੈ ਉਹ ਪ੍ਰੇਤ ਦੀ ਨਿਆਈ ਹੋ ਗਿਆ, ਜਿਹਨੂੰ ਮਹਾਰਾਜ ਫਰਮਾਉਂਦੇ ਨੇ, ਕਲਮੇ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਤਯੁਗ ਪਰਮਹੰਸ ਵਿਚਾਰੇ, ਦੁਆਪਰ ਤ੍ਰੇਤੈ ਮਾਨਸ ਵਰਤੇ, ਵਿਰਲੇ ਹੋਮੈ ਮਾਰੇ। ਕਿ ਕਲਯੁਗ ਦੇ ਵਿੱਚ ਸਾਡਾ ਮਨ ਜਿਹੜਾ ਹੈ ਪ੍ਰੇਤ ਦਾ ਰੂਪ ਧਾਰਨ ਕਰ ਚੁੱਕਾ ਆ, ਕਿਉਂਕਿ ਇਹਨੂੰ ਪ੍ਰਮਾਤਮਾ ਦੀ ਰਾਮ ਦੀ ਪਛਾਣ ਨਹੀਂ ਹੁਣ ਹੈ। ਸਤਯੁਗ ਦੇ ਵਿੱਚ ਇਸ ਨੂੰ ਪਰਮਹੰਸ ਕਿਹਾ ਸੀ। ਇਹ ਉਦੋਂ ਨਵਾਂ ਸੰਸਾਰ ਵਿੱਚ ਆਇਆ, ਵਾਲੀ ਮੈਲ ਨਹੀਂ ਜਨਮ ਜਨਮੰਤਰਾਂ ਦੀ ਕੋਈ ਇਹ 'ਤੇ ਲੱਗੀ ਹੋਈ ਸੀ। ਸਤਯੁਗ ਦੇ ਵਿੱਚ ਪਰਮਹੰਸ ਰੂਪ ਦੇ ਵਿੱਚ ਸੀ, ਪਰ ਸਮਾਂ ਚੱਲਦਾ ਗਿਆ ਅਤੇ ਇਹ ਵਾਪਸ ਨਹੀਂ ਉਦੋਂ ਮੁੜਿਆ। ਸਤਯੁਗ ਦੇ ਵਿੱਚ ਤ੍ਰੇਤਾ ਦੁਆਪਰ ਇਹ ਆਏ ਅਤੇ ਇਹ ਉਸ ਪਰਮਹੰਸ ਦੇ ਖਿਤਾਬ ਤੋਂ ਮਾਨਸ ਦੇ ਖਿਤਾਬ 'ਤੇ ਆ ਗਿਆ। ਇਹਦੇ ਵਿੱਚ ਉਦੋਂ ਹਉਮੈ ਆ ਗਈ। ਪਰ ਮਹਾਰਾਜ ਕਹਿੰਦੇ ਆ ਕਿ ਹੁਣ ਮਾਨਸ ਤੋਂ ਵੀ ਇਹ ਪ੍ਰੇਤ ਦੇ ਖਿਤਾਬ 'ਤੇ ਆ ਗਿਆ, ਪ੍ਰੇਤ ਵਾਂਗ ਬਣ ਗਿਆ, ਕਿਉਂਕਿ ਹੁਣ ਇਹਨੂੰ ਬਿਲਕੁਲ ਹੀ ਪਛਾਣ ਨਹੀਂ ਰਹੀ ਪਰਮਾਤਮਾ ਦੀ। ਫਿਰ ਸੁਣ ਲਓ, ਮਹਾਰਾਜ ਕਹਿੰਦੇ ਆ, ਕਲਮੇ ਪ੍ਰੇਤ ਜਿਨੀ ਰਾਮ ਨਾ ਪਛਾਤਾ, ਸਤਯੁਗ ਪਰਮਹੰਸ ਵਿਚਾਰੀ, ਦੁਆਪਰ ਤ੍ਰੇਤੈ ਮਾਨਸ ਵਰਤੇ, ਵਿਰਲੇ ਹਉਮੈ ਮਾਰੇ। ਕੋਈ ਵਿਰਲਾ ਹੀ ਆ ਜਿਹੜਾ ਹਉਮੈ ਨੂੰ ਮਾਰ ਲੈਂਦਾ ਆ। ਅਤੇ ਮਹਾਰਾਜ ਨੇ ਇਹ ਸਾਨੂੰ ਸਮਝਾ ਦਿੱਤਾ ਕਿ ਜਿਹੜਾ ਸਾਡਾ ਮਨ ਆ ਇਸ ਜਗਤ ਦੇ ਵਿੱਚ ਹੁਣ ਰਹਿੰਦਾ ਹੋਇਆ, ਜੇਕਰ ਇਹਨੂੰ ਪਛਾਣ ਨਹੀਂ ਪਰਮਾਤਮਾ ਦੀ, ਫਿਰ ਇਹ ਪ੍ਰੇਤ ਬਣ ਚੁੱਕਾ। ਅਤੇ ਮਹਾਰਾਜ ਕਹਿੰਦੇ ਪ੍ਰੇਤ ਪਿੰਜਰ ਮੇ ਦੁੱਖ ਕਨੇਰੇ। ਇਹ ਜਿਹੜਾ ਪ੍ਰੇਤ ਆ ਨਾ, ਇਹ ਸਰੀਰ ਦੇ ਵਿੱਚ ਵੱਸਦਾ ਹੈ, ਅਤੇ ਸਰੀਰ ਇਹਦੇ ਲਈ ਇੱਕ ਪਿੰਜਰਾ ਆ, ਅਤੇ ਇਸ ਪਿੰਜਰੇ ਦੇ ਵਿੱਚ ਵੱਸਦਾ ਹੋਇਆ ਸਾਡਾ ਜਿਹੜਾ ਮਨ ਆ ਇਹ ਫਿਰ ਦੁੱਖ ਪਾਉਂਦਾ ਆ। ਇੱਦਾਂ ਹੀ ਭਗਤ ਰਵਿਦਾਸ ਜੀ ਨੇ ਸਾਨੂੰ ਗੁਰਬਾਣੀ 'ਚ ਸਮਝਾਇਆ ਹੋਇਆ ਕਿ ਪੁਰਾਣੇ ਜਿਹੜੇ ਯੁੱਗ ਸਨ ਉਹਨਾਂ ਦੇ ਵਿੱਚ ਸਾਡਾ ਜਿਹੜਾ ਮਨ ਆ ਉਹ ਛੇਤੀ ਸਹਿਜ ਵਿੱਚ ਚਲੇ ਜਾਂਦਾ ਸੀਗਾ, ਅਰਥਾਤ ਫੁਰਨਿਆਂ ਤੋਂ ਰਹਿਤ ਹੋ ਜਾਂਦਾ ਸੀ। ਨਾਮ ਜਿਹੜਾ ਆ, ਨਾਮ ਦੀ ਵਡਿਆਈ ਆ ਕਲਯੁਗ ਦੇ ਵਿੱਚ ਕਿ ਮਹਾਰਾਜ ਕਹਿੰਦੇ ਗੁਪਤਾ ਨਾਮ ਵਰਤੈ ਵਿੱਚ ਕਲਯੁਗ, ਕਟ ਕਟ ਹਰ ਭਰਪੂਰ ਰਹਿਆ, ਨਾਮ ਰਤਨ ਤਿਨਾ ਹਿਰਦੈ ਪ੍ਰਗਟਿਆ, ਜੋ ਗੁਰ ਸਰਨਾਈ ਭਜ ਪਿਆ। ਜਿਹੜਾ ਗੁਰੂ ਦੀ ਸ਼ਰਨ ਵਿੱਚ ਭੱਜ ਜਾਂਦਾ ਆ, ਅਰਥਾਤ ਕਿ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ ਆ ਕਲਯੁਗ ਦੇ ਵਿੱਚ, ਉਹਦੇ ਅੰਦਰ ਗੁਪਤ ਨਾਮ ਜਿਹੜਾ ਉਹ ਪ੍ਰਗਟ ਹੋ ਜਾਂਦਾ। ਨਾਮ ਦੀ ਵਡਿਆਈ ਪੁਰਾਣੇ ਯੁੱਗਾਂ ਦੇ ਵਿੱਚ ਵੀ ਸੀ। ਗੁਰਬਾਣੀ ਦੇ ਵਿੱਚ ਦੱਸਿਆ ਹੋਇਆ ਕਿ ਭਗਤ ਪ੍ਰਹਿਲਾਦ ਜੀ, ਭਗਤ ਰੁੰਜੀ, ਬਿਦਰ, ਅਕਰੂਰ, ਇਹਨਾਂ ਭਗਤਾਂ ਦੇ ਨਾਮ ਆਉਂਦੇ ਆ, ਪੁਰਾਣੇ ਯੁੱਗਾਂ ਦੇ ਭਗਤ ਹੋਏ। ਅਤੇ ਰਾਜਾ ਜਨਕ ਜੀ ਤ੍ਰੇਤੇ ਯੁੱਗ ਦੇ ਵਿੱਚ ਹੋਏ, ਉਹਨਾਂ ਨੇ ਵੀ ਨਾਮ ਨੂੰ ਜਪਿਆ, ਨਾਮ ਤੱਕ ਪਹੁੰਚੇ ਗੁਰੂ ਦੇ ਮਤ ਅਨੁਸਾਰ, ਅਤੇ ਉਹਨਾਂ ਨੇ ਉਸ ਨਾਮ ਨੂੰ ਹਾਸਲ ਕਰਕੇ ਫਿਰ ਪਰਮਾਤਮਾ ਨਾਲ ਮਿਲਾਪ ਕੀਤਾ। ਨਾਮ ਦੀ ਵਡਿਆਈ ਜਿਹੜੀ ਆ ਚਾਰੇ ਯੁੱਗਾਂ ਦੇ ਵਿੱਚ ਆ। ਪੁਰਾਣੇ ਯੁੱਗਾਂ ਦੇ ਵਿੱਚ ਨਾਲ ਨਾਲ ਕੀ ਕਰਦੇ ਸੀ, ਵੱਖ ਵੱਖ ਧਾਰਮਿਕ ਕਰਮ ਕਰਦੇ ਸਨ, ਜਿਸ ਦੁਆਰਾ ਫਿਰ ਵੀ ਮਨ ਜਿਹੜਾ ਆ ਛੇਤੀ ਸਹਿਜ ਵਿੱਚ ਚਲੇ ਜਾਂਦਾ ਸੀ, ਅਰਥਾਤ ਕਿ ਫੁਰਨਿਆਂ ਤੋਂ ਰਹਿਤ ਛੇਤੀ ਹੋ ਜਾਂਦੇ ਸੀ, ਕਿਉਂਕਿ ਉਹਨਾਂ ਦੇ ਮਨ ਉਹਨਾਂ ਵੇਲਿਆਂ ਦੇ ਵਿੱਚ ਜ਼ਿਆਦਾ ਸ਼ੁੱਧ ਸਨ ਹੁਣ ਨਾਲੋਂ।
ਤਾਂ ਭਗਤ ਰਵਿਦਾਸ ਜੀ ਨੇ ਕਿਹਾ, ਸਤਜੁਗ ਸਤ ਤੇਤਾ ਜੱਗੀ ਦੁਆਪਰ ਪੂਜਾ ਚਾਰ, ਕਿ ਸਤਜੁਗ ਦੇ ਵਿੱਚ ਸਤ ਕਰਮ ਕਰਦੇ ਸਨ, ਦਾਨ ਪੁੰਨ ਕਰਨਾ, ਸੱਚ ਬੋਲਣਾ। ਤ੍ਰੇਤੇ ਦੇ ਵਿੱਚ ਜੱਗ ਕਰਨ ਲੱਗ ਪਏ। ਦੁਆਪਰ ਦੇ ਵਿੱਚ ਵੱਖ ਵੱਖ ਪੂਜਾ ਕਰਨ ਦੇ ਢੰਗ ਅਪਣਾ ਲਏ। ਇਹਨਾਂ ਤਿੰਨਾਂ ਯੁੱਗਾਂ ਦੇ ਵਿੱਚ ਚੱਲਦੇ ਸਨ ਅਤੇ ਇਹ ਫਿਰ ਵੀ ਜਿਹੜੇ ਮਨ ਸਨ ਉਹ ਨਿਰਮਲ ਹੋਣ ਕਾਰਨ ਕਰਕੇ ਉਹ ਫਿਰ ਵੀ ਫੁਰਨਿਆਂ ਤੋਂ ਰਹਿਤ ਛੇਤੀ ਹੋ ਜਾਂਦੇ ਸੀ। ਪਰ ਮਹਾਰਾਜ ਨੇ ਦੱਸਿਆ ਕਿ ਇਹ ਤਿੰਨੋਂ ਪਿਛਲੇ ਯੁੱਗਾਂ ਦੇ ਜਿਹੜੇ ਇਹ ਦ੍ਰਿੜ ਕਰਨ ਵਾਲੇ ਜਿਹੜੇ ਕਰਮ ਸਨ ਇਹ ਹੁਣ ਨਹੀਂ ਚੱਲਣੇ। ਤਿੰਨੋਂ ਯੁੱਗ ਤਿੰਨੋਂ ਦਿੜੇ ਕੱਲ ਕੇਵਲ ਨਾਮ ਆਧਾਰ, ਕਿ ਤਿੰਨਾਂ ਯੁੱਗਾਂ ਦੇ ਵਿੱਚ ਸਤ ਕਰਮ, ਜੱਗ ਕਰਨੇ, ਪੂਜਾ ਚਾਰ ਕਰਨੇ, ਇਹ ਸਾਰੇ ਪਿਛਲੇ ਯੁੱਗਾਂ ਦੇ ਵਿੱਚ ਚੱਲਦੇ ਸਨ। ਪਰ ਕਹਿੰਦੇ ਕਿ ਇਹ ਕਲਯੁੱਗ ਦੇ ਵਿੱਚ ਨਹੀਂ ਸਾਡੇ ਮਨ ਦੇ ਵਿੱਚ ਸਹਿਜ ਲਗਾਉਣਗੇ। ਇੱਥੇ ਤਾਂ ਸਿਰਫ ਅਤੇ ਸਿਰਫ ਨਾਮ ਦਾ ਹੀ ਆਸਰਾ ਅਸੀਂ ਲੈ ਸਕਦੇ ਹਾਂ ਕਲਯੁੱਗ 'ਚ। ਮਹਾਰਾਜ ਕਹਿੰਦੇ ਆ, तीनों युग तीनों दिड़ै कल केवल नाम आधार, कि कल युग दे विच सिर्फ नाम का ही आसरा है। हुण भगत रविदास जी इस शब्द दे विच सवाल करते हैं, कहते पार कैसे पाए बो रे मोसो कऊ ना कह समझाए, जाते आवा गवन बिलाए। सवाल भगत जी ने यह किया है। हुण पिछले हफ्ते भी विचार की सी कि कई कह देंगे कि जी रहाऊ की तुक तो विचार शुरू करो, फिर रहाऊ की तुक मुताबक ही सारा शब्द अर्थ करते रहते हैं। हुण फिर जदों इदां विधवता दे विच लोग फसे होंदे हैं ना, वो अपने कोलों ही ला देंगे कि जी पंडित नूं कहा होया आ कि हे पंडित जी दसो कि पार किवें असीं जाऊँगे। तुसीं कहंदे आ कि तिन्ने युगां दे विच सत कर्म करना ते जिहड़े जग करने आ, पूजा करनी है। पंडित जी तुसीं ऐसा कहंदे आ, इत्थे किते नहीं पंडित जी लिखिया। जिहड़ी विचार आ उन्होंने सानू बख्शी होई, जिहड़ा भगत रविदास जी ने सानू सिक्ख्या दित्ती होई आ, वो सिद्धे जिद्दां महाराज ने दस्सिया होया उस तरीके नाल गुरबाणी नाल विचार करदे होए असीं समझणी हुंदी आ। इत्थे किसी पंडित नूं संबोधन करके नहीं कहा कि पांडे जां पंडित जी कि तुसीं दसो। की हुंदा है कि काल दे देश दे विच, कलयुग दे विच काल दा इन्ना प्रभाव आ, काल नहीं चाहुंदा कि कोई नाम सिमरन नूं मन्ने। उहदे जिहड़े नुमाइंदे हुंदे आ वो जदों प्रचार करदे आ वो कोशिश करदे हुंदे आ कि नाम नूं खंडन करना। फिर ऐसे जिहड़े प्रचारक हुंदे आ अन्ने हुंदे आ ज्ञान तो हीणे होण कारण कि उन्हां दा मन अन्ने आ कि वो फिर कह देंगे कि जिहड़ा कलयुग दे विच नाम दा आसरा आ ये तो पांडे कहंदे सी ते भगत जी ने उन्हां नूं सवाल किया। नहीं, ऐसा नहीं, गुरु साहब आप कह रहे हैं कि नाम दा ही आसरा है कलयुग दे विच। तां क्या है, गुप्ता नाम वरतै विच कलयुग, कट कट हर भरपूर रहा, नाम रतन तिना हिरदै प्रगटिया, जो गुर सरनाई भज पिया। जे असीं पूरी तरह गुरबाणी ਦੀ ਵਿਚਾਰ ਕਰਦੇ ਨਹੀਂ ਤੇ ਗੁਰਬਾਣੀ ਰਾਹੀਂ ਗੁਰਬਾਣੀ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ, ਫਿਰ ਸਾਨੂੰ ਭੁਲੇਖਿਆਂ ਦੇ ਵਿੱਚ ਪਾਇਆ ਜਾਂਦਾ ਹੈ ਕਾਲ ਵੱਲੋਂ, ਕਿਉਂਕਿ ਕਾਲ ਨਹੀਂ ਕਦੇ ਚਾਹੁੰਦਾ ਕਿ ਜਿਹੜਾ ਮਨ ਆ ਉਹ ਨਾਮ ਨਾਲ ਜੁੜੇ। ਇੱਥੇ ਭਗਤ ਜੀ ਨੇ ਉਂਝ ਸਵਾਲ ਐਸੇ ਕੀਤਾ ਆ ਕਿ ਪਾਰ ਕੈਸੇ ਪਾਏ ਬੋ ਰੇ, ਕਿ ਇਹ ਜਿਹੜਾ ਭਵ ਸਾਗਰ ਆ ਜਿਸ ਦੇ ਵਿੱਚ ਮਨ ਆਇਆ ਹੋਇਆ ਇਹਨੂੰ ਕਿਵੇਂ ਪਾਰ ਕੀਤਾ ਜਾਵੇ ਕਿ ਅਸੀਂ ਉਸ ਨਾਮ ਤੱਕ ਉਪੜੀਏ ਜੋ ਇਸ कलयुग दे विच साडा आसरा है। फिर कहते पार कैसे पाए बो रे मोह सो कऊ ना कह समझाए, कि कोई मैनू समझाउंदा नहीं। जाते आवा गवन बिलाए, जिस तरीके दे नाल मेरा आउण जाण अर्थात कि जन्म मरण दा गेड़ खत्म हो जाए। रहाओ, रहाओ दा मतलब हुंदा पॉज करना, कि असीं जो पढ़िया गुरबाणी दे विच ओहदी विचार करनी, फिर गां समझ के असीं वधना। हुण जे भगत जी ने इत्थे सवाल किया, उस सवाल का फिर जवाब भी दिता होया। वो फिर महाराज कहंदे आ इत्थे होर विस्तार नाल दस रहे कि हालत की है दुनिया की। बहुविध धर्म निरूपी है करता दिसै सब लोए, कि धर्म कर्म जिहड़े आ धार्मिक कर्म सारे अपने अपने हिसाब नाल करी जाते आ, वख वख रूपां दे विच
ਤੇ ਸਾਰਾ ਜਗਤ ਕੋਈ ਨਾ ਕੋਈ ਧਰਮ ਪ੍ਰੈਕਟਿਸ ਕਰਨ ਦੀ ਕੋਸ਼ਿਸ਼ ਕਰ ਰਿਹਾ। ਪਰ ਕਹਿੰਦੇ ਕਵਨ ਕਰਮ ਤੇ ਛੂਟੀਐ ਜੈ ਸਾਧੇ ਸਭ ਸਿੱਧ ਹੋਏ। ਪਰ ਕਹਿੰਦੇ ਕਿਹੋ ਜਿਹਾ ਕਰਮ ਕੀਤਾ ਜਾਵੇ ਜਿਸ ਦੁਆਰਾ ਮੈਨੂੰ ਸਿੱਧੀ ਅਰਥਾਤ ਕਿ ਜਿਹੜਾ ਮੇਰਾ ਕਾਰਜ ਆ ਪਰਮਾਤਮਾ ਨਾਲ ਮਿਲਣ ਦਾ ਉਹ ਸਿੱਧ ਹੋ ਜਾਏ। ਫਿਰ ਕਹਿੰਦੇ ਕਰਮ ਅਕਰਮ ਵਿਚਾਰੀਐ ਸੰਕਾ ਸੁਨ ਵੇਦ ਪੁਰਾਣ। ਕਿ ਜੇ ਵੇਦ ਪੁਰਾਣਾਂ ਨੂੰ ਅਸੀਂ ਸਰਵਣ ਕਰਦੇ ਹਾਂ ਅਤੇ ਉਹਨਾਂ ਦੇ ਵਿੱਚ ਕਰਮ ਅਤੇ ਅਕਰਮ ਦੀ ਜਿਹੜੇ ਵਿਚਾਰ ਕੀਤੀ ਹੁੰਦੀ ਆ। ਅਤੇ ਕਹਿੰਦੇ ਫਿਰ ਵੀ ਜੇ ਅਸੀਂ ਇੰਨੇ ਕੀ ਵਿਚਾਰ ਕਰਦੇ ਹਾਂ ਅਤੇ ਕਹਿੰਦੇ ਕਿ ਸੰਸਾ ਸਦ ਹਿਰਦੈ ਬਸੈ ਕੌਣ ਹਿਰੈ ਅਭਿਮਾਨ। ਕਿ ਜਿਹੜੀ ਸੰਸਾ ਹੁੰਦੀ ਆ, ਫਿਕਰ ਆ, ਚਿੰਤਾਵਾਂ ਨੇ, ਇਹ ਫਿਰ ਵੀ ਹਿਰਦੇ ਦੇ ਵਿੱਚ ਰਹਿੰਦੇ ਆ। ਹੰਕਾਰ ਜਿਹੜਾ ਆ ਉਹ ਕਿਵੇਂ ਅੰਦਰੋਂ ਮਿਟੇ। ਫਿਰ ਕਹਿੰਦੇ ਕਿ ਕਈ ਲੋਕ ਇੱਦਾਂ ਇਸ਼ਨਾਨ ਕਰਦੇ ਆਪਣੇ ਆਪ ਨੂੰ ਬਾਹਰੋਂ ਸਵਾਰਦੇ ਆ। ਬਾਹਰ ਉਦਕ ਪਖਾਰੀ ਹੈ ਘਟ ਪੀਤਰ ਵਿਵਿਧ ਵਿਕਾਰ। ਕਿ ਬਾਹਰੋਂ ਅਸੀਂ ਆਪਣੇ ਆਪ ਨੂੰ ਧੋਂਦੇ ਹਾਂ ਜਿਵੇਂ ਤੀਰਥ 'ਤੇ ਇਸ਼ਨਾਨ ਕਰਦੇ ਹਾਂ ਜਾ ਕੇ, ਪਰ ਅੰਦਰੋਂ ਜਿਹੜੇ ਪੁੱਠੀ ਮਾਤੇ ਆ ਵਿਕਾਰ ਨੇ ਉਹ ਜਿਹੜੇ ਆ ਖਤਮ ਨਹੀਂ ਹੁੰਦੇ। ਸੁਧ ਕਵਨ ਪਰ ਹੋਏ ਵੋ ਸੁਚ ਕੁੰਚਰ ਬਿਦ ਵਿਵਹਾਰ। ਕਹਿੰਦੇ ਕਿਵੇਂ ਸਾਡਾ ਮਨ ਜਿਹੜਾ ਆ ਉਹ ਸ਼ੁੱਧ ਕਿਵੇਂ ਹੋਵੇ। ਜਿਹੜਾ ਇਸ਼ਨਾਨ ਅਸੀਂ ਕਰਦੇ ਹਾਂ ਇਹਦਾ ਬਾਹਰੋਂ, ਭਗਤ ਜੀ ਨੇ ਉਹਨੂੰ ਕੰਪੇਅਰ ਕੀਤਾ ਹੋਇਆ ਜਿਵੇਂ ਕਿ ਹਾਥੀ ਜਿਹੜਾ ਆ ਉਹ ਪਾਣੀ ਦੇ ਵਿੱਚ ਵੜ ਜਾਂਦਾ ਆ ਅਤੇ ਉਹ ਜਦੋਂ ਬਾਹਰ ਨਿਕਲਦਾ ਮੁੜ ਕੇ ਫਿਰ ਆਪਣੀ ਸੁੰਡ ਦੇ ਨਾਲ ਆਪਣੇ ਉੱਤੇ ਮਿੱਟੀ ਸਿੱਟ ਲੈਂਦਾ ਆ। ਉਹਨੂੰ ਕਹਿੰਦੇ ਕੁੰਚਰ ਇਸ਼ਨਾਨ ਗੁਰਬਾਣੀ ਦੇ ਵਿੱਚ। ਕਹਿੰਦੇ ਕਿ ਇਹੋ ਜਿਹਾ ਕਰਮ ਅਸੀਂ ਕਰਦੇ ਹਾਂ। ਅਸੀਂ ਬਾਹਰੋਂ ਇਸ਼ਨਾਨ ਕਰੀ ਜਾਂਦੇ ਹਾਂ ਅਤੇ ਅੰਦਰੋਂ ਜਿਹੜੇ ਮੈਲ ਸਾਡੇ ਮਨ ਨੂੰ ਚੜ੍ਹੀ ਹੋਈ ਆ ਉਹ ਅਸੀਂ ਉਤਾਰਦੇ ਨਹੀਂ। ਅਸੀਂ ਉਹ ਸਮਾਂ ਹੋਰ ਆਪਣੇ ਮਨ 'ਤੇ ਚਾੜ੍ਹ ਲੈਂਦੇ ਹਾਂ। ਫਿਰ ਕਹਿੰਦੇ ਰਵ ਪ੍ਰਗਾਸ ਰਜਨੀ ਜਥਾਗਤ ਜਾਨਤ ਸਭ ਸੰਸਾਰ। ਰਵ ਹੋਇਆ ਸੂਰਜ, ਰਜਨੀ ਕਹਿੰਦੇ ਰਾਤ ਨੂੰ, ਜਥਾਗਤ ਮਤਲਬ ਹੁੰਦਾ ਕਿ ਜਿਹੜਾ ਰਾਤ ਆ ਦੂਰ ਹੋ ਜਾਂਦੀ। ਅਰਥਾਤ ਕਿ ਜਦੋਂ ਸੂਰਜ ਚੜ੍ਹ ਜਾਂਦਾ ਉਹਦਾ ਪ੍ਰਕਾਸ਼ ਹੁੰਦਾ ਆ, ਜਿਹੜੀ ਰਾਤ ਆ ਖਤਮ ਹੋ ਜਾਂਦੀ ਹੈ, ਸਾਰਾ ਸੰਸਾਰ ਜਾਣਦਾ ਆ। ਰਵ ਪ੍ਰਗਾਸ ਰਜਨੀ ਜਥਾਗਤ ਜਾਨਤ ਸਭ ਸੰਸਾਰ। ਪਾਰਸ ਮਾਨੋ ਤਾਬੋ ਛੂਏ ਕਨਕ ਹੋਤ ਨਹੀਂ ਬਾਰ। ਕਹਿੰਦੇ ਕਿ ਜਿਹੜਾ ਤਾਂਬਾ ਆ ਉਹ ਪਾਰਸ ਨਾਲ ਛੂਹ ਜਾਏ, ਜਿਹੜਾ ਫਿਲਾਸਫਰ ਸਟੋਨ ਆ। ਫਿਲਾਸਫਰ ਸਟੋਨ ਬਾਰੇ ਦੱਸਿਆ ਜਾਂਦਾ ਜਦੋਂ ਲੋਹੇ ਨੂੰ ਛੂੰਹਦਾ ਆ ਕਿ ਸੋਨਾ ਬਣ ਜਾਂਦਾ। ਇੱਥੇ ਭਗਤ ਜੀ ਕਹਿੰਦੇ ਆ ਕਿ ਪਾਰਸ ਮਾਨੋ, ਕਿ ਮੰਨੋ ਕਿ ਪਾਰਸ ਜਿਹੜਾ ਆ ਤਾਂਬੇ ਨਾਲ ਛੂਹਿਆ ਜਾਏ, ਉਹ ਤਾਂਬਾ ਜਿਹੜਾ ਆ ਉਹ ਸੋਨਾ ਬਣ ਜਾਂਦਾ ਅਤੇ ਦੇਰ ਨਹੀਂ ਲੱਗਦੀ। ਅਤੇ ਇੱਥੇ ਭਗਤ ਜੀ ਸਾਨੂੰ ਇਸ਼ਾਰਾ ਫਿਰ ਕਰ ਰਹੇ ਆ ਕਿ ਪਾਰ ਅਸੀਂ ਕਿਵੇਂ ਹੋਣਾ ਆ। ਪਾਰਸ ਮਾਨੋ ਤਾਬੋ ਛੂਏ ਕਨਕ ਹੋਤ ਨਹੀਂ ਬਾਰ। ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਿਲਾਟ। ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ। ਕਹਿੰਦੇ ਕਿ ਜਿਹੜਾ ਗੁਰੂ ਦੀ ਸ਼ਰਨ ਵਿੱਚ ਆ ਜਾਂਦਾ, ਗੁਰੂ ਵੀ ਪਾਰਸ ਮੰਗਿਆ। ਸਾਡੀ ਸੁਰਤੀ, ਸਾਡਾ ਮਨ ਗੁਰੂ ਦੀ ਸ਼ਰਨ ਵਿੱਚ ਆ ਜਾਏ ਨਾ, ਗੁਰੂ ਦੀ ਮੱਤ ਅਨੁਸਾਰ ਚੱਲੇ, ਗੁਰੂ ਦੀ ਸਿੱਖਿਆ ਧਾਰਨ ਕਰ ਲਏ, ਅਤੇ ਉਹਦੇ 'ਤੇ ਵੀ ਪਾਰਸ ਕਲਾ ਦਾ ਫਿਰ ਅਸਰ ਹੁੰਦਾ ਆ ਸਾਡੇ ਮਨ 'ਤੇ। ਇਹ ਫਿਰ ਮਨ ਜਿਹੜਾ ਸਾਡਾ ਬਦਲਦਾ ਆ। ਇਹ ਮਨ ਜਿਹੜਾ ਆ ਇਹ ਉਨਮਨ ਵਿੱਚ ਚਲੇ ਜਾਂਦਾ। ਇੱਦਾਂ ਹੀ ਇਹ ਪਿਛਲੇ ਭਾਗ ਜੇ ਚੰਗੇ ਹੋਣ ਤਾਂ ਅਸੀਂ ਗੁਰੂ ਦੀ ਸ਼ਰਨ ਵਿੱਚ ਜਾਂਦੇ ਹਾਂ। ਮਹਾਰਾਜ ਦੱਸਦੇ ਨੇ ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਿਲਾਟ। ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ। ਕਈ ਐਸੇ ਹੁੰਦੇ ਆ ਜੀ, ਉਹਨਾਂ ਦਾ ਮਨ ਜਿਹੜਾ ਆ ਉਹਨਾਂ ਨੇ ਪਿਛਲੇ ਜਨਮਾਂ ਦੇ ਵਿੱਚ ਬਹੁਤ ਕਮਾਈ ਕੀਤੀ ਹੁੰਦੀ ਹੈ। ਉਹਨਾਂ ਨੂੰ ਜੇ ਸਿਰਫ ਧਿਆਨ ਦੀ ਵਿਧੀ ਮਿਲ ਜਾਏ ਅਤੇ ਧਿਆਨ ਨਾਲ ਉਨਮਨ ਦੇ ਵਿੱਚ ਧਿਆਨ ਨਾਲ ਆਪਣੇ ਮਨ ਨੂੰ ਟਿਕਾ ਲੈਣ, ਅਤੇ ਇਹ 6 ਦੇ 6 ਜਿਹੜੇ ਸਾਡੇ ਖਟ ਚੱਕਰ ਆ, ਬਜਰ ਕਪਾਟ ਆ, ਇਹ ਜਿਹੜੇ ਖੁੱਲ੍ਹ ਜਾਂਦੇ ਆ ਇਸ ਤਰੀਕੇ ਦੇ ਨਾਲ ਕਿ ਸਾਡੀ ਜਿਹੜੀ ਸੁਰਤੀ ਆ ਪਰਮਾਤਮਾ ਦੇ ਨਾਲ ਮਿਲ ਜਾਂਦੀ ਆ। ਮਹਾਰਾਜ ਕਹਿੰਦੇ ਪਰਮ ਪਰਸ ਗੁਰ ਭੇਟੀਐ ਪੂਰਬ ਲਿਖਤ ਲਿਲਾਟ। ਉਨਮਨ ਮਨ ਮਨ ਹੀ ਮਿਲੇ ਛੁਟਕਤ ਬਜਰ ਕਪਾਟ। ਕਿ ਜਿਹੜੇ ਬਜਰ ਕਪਾਟ ਆ ਸਾਰੇ ਖੁੱਲ੍ਹ ਜਾਂਦੇ ਆ। ਫਿਰ ਭਗਤ ਜੀ ਕਹਿੰਦੇ ਆ ਭਗਤ ਜੁਗਤ ਮਤ ਸਤ ਕਰੀ ਭਰਮ ਬੰਧਨ ਕਾਟ ਬੇਕਾਰ।
ਕਿ ਭਗਤੀ ਜਿਹੜੀ ਆ ਉਹ ਜੁਗਤੀ ਦੁਆਰਾ ਕੀਤੀ ਜਾਵੇ। ਭਗਤ ਜੁਗਤ ਮਤ ਸਤ ਕਰੇ, ਭਰਮ ਬੰਧਨ ਕਾਟ ਬੇਕਾਰ। ਜਿਹੜੇ ਭਰਮ ਆ, ਬੰਧਨ ਆ, ਉਹ ਸਾਡੇ ਕੱਟੇ ਜਾਂਦੇ, ਵਿਕਾਰ ਜਿਹੜੇ ਆ ਉਹ ਵੀ ਸਾਡੇ ਹਟ ਜਾਂਦੇ ਆ। ਅਰਥਾਤ ਕਿ ਭਗਤ ਰਵਿਦਾਸ ਜੀ ਨੇ ਸਾਨੂੰ ਇੱਥੇ ਗੁਰਬਾਣੀ ਵਿੱਚ ਸਮਝਾਇਆ ਹੋਇਆ ਕਿ ਅਸੀਂ ਭਗਤੀ ਕਰਨੀ ਆ ਜੁਗਤੀ ਦੁਆਰਾ। ਸੋਈ ਬਸ ਰਸ ਮਨ ਮਿਲੇ, ਗੁਣ ਨਿਰਗੁਣ ਏਕ ਵਿਚਾਰ। ਫਿਰ ਸਾਨੂੰ ਸਮਝਾਉਂਦੇ ਨੇ ਸਾਡਾ ਜਿਹੜਾ ਮਨ ਆ ਇਹ ਵਸ ਵਿੱਚ ਆ ਜਾਂਦਾ ਆ, ਇਹਨੂੰ ਮਿਲਦਾ ਰਸ। ਅਤੇ ਇਹ ਜਿਹੜੇ ਤ੍ਰੈ ਗੁਣਾਂ ਤੋਂ ਹੈ ਉੱਪਰ ਉੱਠ ਜਾਂਦਾ ਆ। ਇਹ ਨਿਰਗੁਣ ਦੇ ਵਿੱਚ, ਪ੍ਰਮਾਤਮਾ ਦੇ ਵਿੱਚ ਭੇਦ ਹੋ ਜਾਂਦਾ ਆ। ਫਿਰ ਨਾਲ ਵੀ ਕਿਉਂਕਿ ਗੁਰਬਾਣੀ ਦੇ ਵਿਚਾਰ ਆ, ਫਿਰ ਇਹਨੂੰ ਨਿਰਗੁਣ ਅਤੇ ਸਰਗੁਣ ਦਾ ਦੋਨਾਂ ਦਾ ਭੇਦ ਵੀ ਆਉਂਦਾ ਆ। ਅਨਕ ਜਤਨ ਨਿਗ੍ਰਹਿ ਕੀਏ, ਟਾਰੀ ਨਾ ਟਰੈ ਭਰਮ ਫਾਸ। ਕਹਿੰਦੇ ਕਿ ਅਸੀਂ ਹੋਰ ਉਪਰਾਲੇ ਬਹੁਤ ਵੇਖ ਲਏ ਆ, ਪਰ ਕਹਿੰਦੇ ਕਿ ਇਹ ਜਿਹੜੀ ਫਾਹੀ ਆ ਇਹ ਇੱਦਾਂ ਨਹੀਂ ਹਟਦੀ। ਜੇ ਗੁਰੂ ਦੀ ਸ਼ਰਨ ਦੇ ਵਿੱਚ ਜਾਣ ਤੋਂ ਇਲਾਵਾ, ਗੁਰੂ ਦੀ ਸਿੱਖਿਆ ਧਾਰਨ ਕਰਨ ਤੋਂ ਇਲਾਵਾ ਕੋਈ ਹੋਰ ਅਸੀਂ ਕਰਮ ਕਰਦੇ ਹਾਂ, ਕਿ ਇਹ ਸਾਡੀ ਜਿਹੜੀ ਭਟਕਣਾ ਆ ਮਨ ਦੇ ਜਿਹੜੇ ਵਿਕਾਰ ਆ ਅਦਰਵਾਈਜ਼ ਰੁਕਦੇ ਨਹੀਂ। ਗੁਰੂ ਦੀ ਸ਼ਰਨ ਵਿੱਚ ਜਾਣਾ ਜ਼ਰੂਰੀ ਆ। ਫਿਰ ਕਹਿੰਦੇ ਪ੍ਰੇਮ ਭਗਤ ਨਹੀਂ ਉਪਜੈ, ਤਾ ਤੇ ਰਵਿਦਾਸ ਉਦਾਸ। ਪ੍ਰੇਮਾ ਭਗਤੀ ਨਾ ਉਤਪੰਨ ਹੋਏ ਅਤੇ ਕਹਿੰਦੇ ਫਿਰ ਸਾਡਾ ਜਿਹੜਾ ਮਨ ਆ ਉਹ ਇਸ ਗੱਲੋਂ ਉਦਾਸ ਹੈ। ਗੁਰਬਾਣੀ ਰਾਹੀਂ ਗੁਰਬਾਣੀ ਦੇ ਵਿਚਾਰ ਜਦੋਂ ਕਰਦੇ ਹਾਂ, ਇੱਥੇ ਸਾਨੂੰ ਸਮਝਾ ਦਿੱਤਾ ਭਗਤ ਜੀ ਨੇ ਕਿ ਨਾਮ ਦਾ ਆਸਰਾ ਅਸੀਂ ਲੈਣਾ ਆ, ਪਰ ਉਸ ਨਾਮ ਤੱਕ ਉੱਪਰਨ ਲਈ ਸਾਨੂੰ ਭਗਤੀ ਕਰਨੀ ਪੈਣੀ ਹੈ ਜੁਗਤੀ ਦੁਆਰਾ। ਅਸੀਂ ਗੁਰੂ ਦੀ ਸ਼ਰਨ ਵਿੱਚ ਜਾਣਾ ਆ। ਫਿਰ ਗੁਰਮੁਖਾਂ ਦੀ ਭਗਤੀ ਸ਼ੁਰੂ ਹੀ ਉੱਥੋਂ ਫਿਰ ਹੁੰਦੀ ਹੈ, ਜਿਹਨੂੰ ਮਹਾਰਾਜ ਕਹਿੰਦੇ ਗੁਰਮੁਖ ਭਗਤ ਜਿਤ ਸਹਿਜ ਤੁਨ ਉਪਜੈ। ਕਿ ਜਦੋਂ ਅਸੀਂ ਫਿਰ ਇੱਦਾਂ ਗੁਰਮਤਿ ਦੁਆਰਾ ਪ੍ਰਮਾਤਮਾ ਦਾ ਨਾਮ ਜਪਦੇ, ਜਿਵੇਂ ਸਾਸ ਗ੍ਰਾਸ ਸਿਮਰਨ ਕਰਦੇ ਹਾਂ, ਸਾਸ ਸਿਮਰਨ ਕਰਦੇ ਹਾਂ, ਅਤੇ ਜਾਂ ਧਿਆਨ ਦੀ ਜੁਗਤੀ ਸਾਨੂੰ ਗੁਰੂ ਪਾਸੋਂ ਮਿਲ ਜਾਂਦੀ ਹੈ, ਜਾਂ ਗੁਰੂ ਸਾਹਿਬ ਸਾਨੂੰ ਕਹਿੰਦੇ ਆ ਗਿਆਨ ਦਾ ਇਸਤੇਮਾਲ ਕਰਕੇ ਤੁਸੀਂ ਗੁਰਮੰਤਰ ਦਾ ਜਾਪ ਕਰਕੇ ਫਿਰ ਧਿਆਨ ਦੀ ਅਵਸਥਾ ਵਿੱਚ ਜਾਓ। ਉੱਥੇ ਜਾ ਕੇ ਜਿੱਥੇ ਅਸੀਂ ਫਿਰ ਨਾਮ ਨਾਲ ਜੁੜਦੇ ਹਾਂ, ਉੱਥੇ ਫਿਰ ਅਸਲੀ ਪ੍ਰੇਮਾ ਭਗਤੀ ਜਿਹੜੀ ਸ਼ੁਰੂ ਹੋ ਜਾਂਦੀ, ਫਿਰ ਉਹਦੇ ਵਿੱਚ ਸਮਾ ਕੇ ਸ਼ਬਦ ਦੇ ਵਿੱਚ ਅਸੀਂ ਸਦੀਵੀ ਥਿਰ ਹੋ ਜਾਂਦੇ ਹਾਂ। ਇਹ ਪੰਡਿਤ ਨਹੀਂ ਕਹਿੰਦੇ ਸੀਗੇ ਕਿ ਜੀ ਕਲਯੁਗ ਦੇ ਵਿੱਚ ਸਿਰਫ ਨਾਮ ਦਾ ਆਧਾਰ ਹੈ, ਜਾਂ ਜੇ ਕਿਸੇ ਨੂੰ ਗਿਆਨ ਸੀਗਾ, ਕਿਉਂਕਿ ਨਾਮ ਦੀ ਮਹਿਮਾ ਵੇਦਾਂ ਦੇ ਵਿੱਚ ਤਾਂ ਪਹਿਲਾਂ ਵੀ ਸੀ। ਜੇ ਕਿਸੇ ਨੂੰ ਗਿਆਨ ਸੀ ਤਾਂ ਉਹਨਾਂ ਨੇ ਜ਼ਰੂਰ ਉਸ ਵੇਲੇ ਦੱਸਿਆ ਹੋਊਗਾ ਕਿ ਨਾਮ ਦੀ ਜਿਹੜੀ ਮਹਿਮਾ ਹੈ ਕੀਤੀ ਹੋਈ ਆ ਵੇਦਾਂ ਦੇ ਵਿੱਚ। ਪਰ ਮਹਾਰਾਜ ਨੇ ਸਾਨੂੰ ਸਮਝਾਇਆ ਹੋਇਆ ਗੁਰਬਾਣੀ ਦੇ ਵਿੱਚ, ਗੁਰੂ ਸਾਹਿਬ ਆਪ ਕਹਿ ਰਹੇ ਆ ਕਿ ਕਲਯੁਗ ਦੇ ਵਿੱਚ ਨਾਮ ਦਾ ਹੀ ਆਸਰਾ ਹੈ। ਕਿ ਚਾਰ ਜਿਹੜੇ ਪੈਰ ਆ ਧਰਮ ਦੇ, ਇਹ ਹੁਣ ਇੱਕ ਹੀ ਪੈਰ ਰਹਿ ਗਿਆ ਆ ਆਸਰਾ ਧਰਮ ਦਾ, ਉਹ ਹੈ ਨਾਮ। ਅਤੇ ਅਸੀਂ ਹੁਣ ਕਲਯੁਗ ਦੇ ਵਿੱਚ ਆਏ ਹੋਏ, ਇੱਥੇ ਕਲਯੁਗ ਦੇ ਵਿੱਚ ਆਏ ਹਾਂ। ਇਹ ਕਲਯੁਗ ਦੀ ਇੱਕ ਮਹਿਮਾ ਆ ਕਿ ਕਲਯੁਗ ਦੇ ਵਿੱਚ ਜਿਹੜਾ ਵੀ ਗੁਰੂ ਸਾਹਿਬ ਦੀ ਸ਼ਰਨ ਵਿੱਚ ਆਉਂਦਾ ਆ ਉਹਨੂੰ ਨਾਮ ਅੰਦਰੋਂ ਪ੍ਰਗਟ ਹੋਊਗਾ, ਪਰ ਉਹਨਾਂ ਨੂੰ ਜ਼ਰੂਰੀ ਹੈ ਕਿ ਗੁਰੂ ਸਾਹਿਬ ਦੇ ਬਚਨ ਸੁਣ। ਇੱਥੇ ਇੱਕ ਸਵਾਲ ਆਇਆ ਹੋਇਆ ਕਾਮੈਂਟ ਸੈਕਸ਼ਨ ਵਿੱਚ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀਓ। ਵਾਹਿਗੁਰੂ ਜੀ, ਕਲਯੁਗ ਦੀ ਉਮਰ ਕਿੰਨੀ ਕੁ ਹੈ? ਪਿਤਾ ਜੀਆਂ ਨੇ ਜੇਕਰ ਕਿਸੇ ਕਥਾ 'ਚ ਸਾਂਝਾ ਕੀਤਾ ਹੋਏ ਤਾਂ ਜ਼ਰੂਰ ਕਿਰਪਾ ਕਰਿਓ ਜੀਓ। ਧੰਨਵਾਦ ਜੀਓ। ਬਹੁਤ ਵਧੀਆ ਸਵਾਲ ਕੀਤਾ ਗੁਰਮੁਖਾਂ ਨੇ। ਕਲਯੁਗ ਦੀ ਜਿਹੜੀ ਉਮਰ ਆ ਇਹ 4,80,000 ਸਾਲ ਦੱਸੀ ਜਾਂਦੀ ਆ। ਤਕਰੀਬਨ ਇਸ ਨੂੰ ਸਿਰਫ ਹਜੇ ਅਬਾਊਟ 5,000 ਕੁ ਸਾਲ ਹੋਏ ਆ, ਅਤੇ ਇਹਦੀ ਉਮਰ ਇੰਨੀ ਆ 4,80,000 ਸਾਲ। ਹੁਣ ਇਹਦੀ ਉਮਰ ਤਾਂ ਬਹੁਤ ਲੰਬੀ ਆ, ਪਰ ਇਹ ਚਾਰੇ ਯੁੱਗਾਂ ਦੇ ਵਿੱਚੋਂ ਸਭ ਤੋਂ ਛੋਟਾ। ਕਲਯੁਗ ਦੀ 4,80,000 ਸਾਲ ਉਮਰ ਗਿਣੀ ਜਾਂਦੀ ਹੈ। ਇਹਦੀ ਉਮਰ ਜਿਉਂ-ਜਿਉਂ ਪਾਪ ਵੱਧਦਾ ਜਾਂਦਾ ਆ, ਜਿਹੜਾ ਪਾਪੀ ਹੁੰਦਾ ਆ ਉਹਦੀ ਉਮਰ ਘੱਟਦੀ ਜਾਂਦੀ ਆ। ਜਿਵੇਂ ਕਿ ਮਹਾਰਾਜ ਨੇ ਵੀ ਸਾਨੂੰ ਕਿਹਾ ਹੈ ਕਿ ਸੰਤ ਕੇ ਦੁੱਖਨ ਆਰਜਾ ਘਟੈ, ਕਿ ਜਿਹੜਾ ਸੰਤਾਂ ਨੂੰ ਦੁੱਖ ਦਿੰਦਾ ਹੈ ਨਾ ਉਹਦੀ ਆਯੂ ਘੱਟ ਜਾਂਦੀ ਆ। ਇੱਦਾਂ ਹੀ ਜਿਹੜਾ ਇਹ ਕਲਯੁਗ ਆ, ਜਿਉਂ-ਜਿਉਂ ਇਹ ਪਾਪ ਕਰੂਗਾ ਦੀ ਉਮਰ ਘੱਟਦੀ ਜਾਂਦੀ ਆ, ਪਰ ਇਹ ਸਿਰਫ ਤਕਰੀਬਨ 5,000 ਕੁ ਸਾਲ ਦਾ ਆ। ਹਜੇ ਪਿਤਾ ਜੀ ਹੱਸਦੇ ਹੁੰਦੇ ਸੀ ਕਿ ਇਹ ਹਜੇ ਰਿੜ੍ਹਦਾ ਪਿਆ ਆ।
ਅਤੇ ਇਹਦੇ 'ਤੇ ਹਜੇ ਜਵਾਨੀ ਨਹੀਂ ਚੜ੍ਹੀ। ਤੁਸੀਂ ਇਮੈਜਿਨ ਕਰੋ ਕਿ ਹੁਣ ਜਦੋਂ ਅਸੀਂ ਬਚਪਨ ਦੇ ਵਿੱਚ ਛੋਟੇ ਹੁੰਦੇ ਸੀ, ਸਕੂਲਾਂ ਦੇ ਵਿੱਚ ਜਾਂਦੇ ਸੀਗੇ, ਅਤੇ ਹਜੇ ਕਲਯੁਗ ਨੂੰ ਸਾਡੀ ਉਮਰ ਦੇ ਵਿੱਚ ਕਿੰਨਾ ਕੁ ਚਿਰ ਹੋ ਗਿਆ, 40 ਸਾਲ ਹੋ ਗਏ ਹੋਣੇ ਆ ਜਿਹੜਾ ਅਸੀਂ ਦੇਖਿਆ ਇਹ ਹਿੱਸਾ। ਅਤੇ ਜਿਹੜੀਆਂ ਚੀਜ਼ਾਂ ਸਾਡੇ ਬਚਪਨ ਦੇ ਵਿੱਚ ਸਾਨੂੰ ਸਮਝਾਇਆ ਜਾਂਦਾ ਸੀਗਾ ਕਿ ਇਹ ਸਹੀ ਨਹੀਂ, ਇਹ ਗਲਤ ਆ, ਜਾਂ ਇੱਦਾਂ ਸਾਨੂੰ ਸਿੱਖਿਆ ਧਾਰਮਿਕ ਦਿੱਤੀ ਜਾਂਦੀ ਸੀ, ਜਿਉਂ-ਜਿਉਂ ਉਮਰ ਵੱਧਦੀ ਗਈ ਅਤੇ ਉਹੀ ਹੁਣ ਸਿੱਖਿਆ ਜਿਹੜੀ ਆ ਧਾਰਮਿਕ, ਕਾਲ ਕੀ ਕਰਦਾ ਆ, ਉਹ ਡੀਸੈਂਸਿਟਾਈਜ਼ ਕਰ ਦਿੰਦਾ ਲੋਕਾਂ ਨੂੰ ਕਿ ਨਹੀਂ ਨਹੀਂ, ਇਹ 'ਚ ਕੋਈ ਗੱਲ ਨਹੀਂ ਹੈਗੀ, ਇਹ 'ਚ ਮਾੜਾ ਨਹੀਂ ਕੁਛ, ਕੋਈ ਵੀ ਇੱਦਾਂ ਹੋਵੇ, ਜਿਵੇਂ ਭਾਵੇਂ ਸਾਡੇ ਰਿਸ਼ਤਿਆਂ ਪ੍ਰਤੀ ਹੋਵੇ ਦੁਨੀਆ ਦੇ ਵਿੱਚ। ਇਹੀ ਜਿਹੜੇ ਕਲਯੁਗ ਦੇ ਵਿੱਚ ਧਰਮ ਤੋਂ ਉਲਟ ਸਿੱਖਿਆ ਦਿੱਤੀ ਜਾਂਦੀ ਆ, ਉਹ ਹੌਲੀ ਹੌਲੀ ਸਮਾਜ ਵਿੱਚ ਫੈਲਾਈ ਜਾਂਦੀ ਹੈ। ਉਹ ਇਸ ਤਰੀਕੇ ਨਾਲ ਫੈਲਾਈ ਜਾਂਦੀ ਹੈ ਕਿ ਜਿਹੜੇ ਸਾਡੇ ਜੀਵ ਆ ਧਰਮ ਮੁਤਾਬਕ ਜਦੋਂ ਚੱਲਦੇ ਆ ਕਿ ਅਸੀਂ ਸਹਿਜ ਵਿੱਚ ਰਹਿਣਾ, ਸਤੋਗੁਣ 'ਤੇ ਆਉਣਾ, ਅਸੀਂ ਰਜੋਗੁਣ ਅਤੇ ਤਮੋਗੁਣ ਦਾ ਜਿਹੜਾ ਧਾਤ ਦਾ ਰਸਤਾ ਛੱਡ ਕੇ ਲਿਵ ਦਾ ਰਾਹ ਅਖਤਿਆਰ ਕਰਨਾ, ਕਲਯੁਗ ਉਹਨਾਂ ਨੂੰ ਹੌਲੀ ਹੌਲੀ ਇੰਨਾ ਪ੍ਰਭਾਵ ਪਾ ਦਿੰਦਾ ਹੈ ਕਿ ਕਾਲ ਦੇ ਦੇਸ਼ ਦੇ ਵਿੱਚ ਇੱਥੇ ਰਹਿੰਦੇ ਹੋਏ ਜਿਹੜੇ ਜੀਵ ਆ ਉਹ ਸਮਝਣ ਲੱਗ ਪੈਂਦੇ ਆ ਕਿ ਆਹ ਫਲਾਨੀ ਚੀਜ਼ ਜਿਹੜੀ ਧਰਮ ਦੀ ਹੈ ਇਹਦੇ ਨਹੀਂ ਲੋੜ ਹੈਗੀ। ਜਿਵੇਂ ਕਿ ਅਸੀਂ ਜੀਵ ਦੇਖਦੇ ਹੀ ਹਾਂ ਸੰਸਾਰ ਵਿੱਚ ਕਿ ਰਿਸ਼ਤਿਆਂ ਦੇ ਵਿੱਚ ਘਾਟ ਆ ਰਹੀ ਆ, ਇੱਥੇ ਤੱਕ ਕਿ ਮਹਾਰਾਜ ਕਹਿੰਦੇ ਆ ਕਿ ਰਿਸ਼ਤੇ ਜਿਹੜੇ ਆ ਸੰਸਾਰ ਵਿੱਚ ਸਿਰਫ ਪੈਸੇ ਤੱਕ ਸੀਮਿਤ ਰਹਿਣਗੇ। ਜਿਹਨੂੰ ਮਹਾਰਾਜ ਕਹਿੰਦੇ ਇਸਤਰੀ ਪੁਰਖ ਹੈ ਖਟੀਆ ਭਾਓ, ਭਾਵੇਂ ਆਵੋ ਭਾਵੇਂ ਜਾਓ, ਕਿ ਇੱਥੇ ਤੱਕ ਗਿਰਾਵਟ ਆ ਜਾਂਦੀ ਹੈ ਸਾਡੇ ਇਸ ਸੰਸਾਰ ਵਿੱਚ। ਹੁਣ ਇਸੀ ਸਿੱਖਿਆ ਮੁਤਾਬਕ ਜੋ ਪੜ੍ਹਾਇਆ ਜਾਂਦਾ ਹੈ ਕਲਯੁਗ ਦੇ ਵਿੱਚ, ਜੋ ਸਕੂਲਾਂ ਦੇ ਵਿੱਚ ਪੜ੍ਹਾਈ ਬੱਚਿਆਂ ਨੂੰ ਦਿੱਤੀ ਜਾਂਦੀ ਹੈ, ਜਿਹੜੀਆਂ ਚੀਜ਼ਾਂ ਅਸੀਂ ਸੋਚਦੇ ਹੁੰਦੇ ਸੀਗੇ ਕਿ ਆ ਬੱਚਿਆਂ ਨੂੰ ਆਪ ਧਰਮ ਮੁਤਾਬਕ ਸਮਝਾਉਣਾ ਆ, ਉਹ ਆਪ ਕਲਯੁਗ ਦੇ ਸਮੇਂ ਦੇ ਵਿੱਚ ਬੱਚਿਆਂ ਨੂੰ ਸਮਝਾਇਆ ਜਾਂਦਾ ਹੈ। ਅਤੇ ਰਿਸ਼ਤਿਆਂ ਬਾਰੇ ਕਿ ਜੀਵਨ ਤੁਸੀਂ ਕਿਵੇਂ ਗੁਜ਼ਾਰਨਾ ਆ, ਅਤੇ ਉਹਨਾਂ ਨੂੰ ਹੋਰ ਹੀ ਆਈਡੀਆਜ਼ ਉਹਨਾਂ ਦੇ ਮਨ 'ਚ ਇਹ ਜਿਹੜੇ ਕਾਲ ਦੇ ਦੇਸ਼ ਦੇ ਵਿੱਚ ਭਰੇ ਜਾਂਦੇ ਆ। ਕਿਉਂਕਿ ਇਹ ਫਿਰ ਡੀਸੈਂਸਿਟਾਈਜ਼ ਦਾ ਮਤਲਬ ਹੁੰਦਾ ਕਿ ਜਿਹੜੀ ਚੀਜ਼ ਹੁੰਦੀ ਸਾਨੂੰ ਸੈਂਸਿਟਿਵ, ਸਾਨੂੰ ਜਿਵੇਂ ਕਿ ਤੁਸੀਂ ਦੇਖੋਗੇ ਸੰਸਾਰ ਵਿੱਚ ਕਈ ਹੁਣ ਪੁਲਿਸ ਦੇ ਵਿੱਚ ਜਾਂ ਆਰਮੀ ਦੇ ਵਿੱਚ ਸੱਜਣ ਹੁੰਦੇ ਜਾਂ ਡਾਕਟਰ ਹੁੰਦੇ ਆ, ਉਹ ਕੋਈ ਕਰਮ ਕਰਦੇ, ਜਿਵੇਂ ਡਾਕਟਰ ਨੇ ਆਪਰੇਸ਼ਨ ਕਰਨਾ ਹੁੰਦਾ, ਹੁਣ ਕਈਆਂ ਨੂੰ ਹੁੰਦਾ ਹੈ ਕਿ ਉਹ ਇੰਨੇ ਸੈਂਸਿਟਿਵ ਹੁੰਦੇ ਆ, ਜਿਹੜੇ ਆਮ ਜੀਵ ਆ ਉਹਨਾਂ ਨੂੰ ਲਹੂ ਦਿਸੇ ਤਾਂ ਉਹਨਾਂ ਨੂੰ ਚੰਗਾ ਨਹੀਂ ਲੱਗਦਾ। ਡਾਕਟਰ ਜਿਹੜੇ ਆ ਉਹ ਇਸ ਗੱਲ ਨੂੰ ਡੀਸੈਂਸਿਟਾਈਜ਼ ਹੁੰਦੇ ਆ। ਕਾਲ ਕੀ ਕਰਦਾ ਆ, ਉਹ ਕਲਯੁਗ ਦੇ ਵਿੱਚ ਲੋਕਾਂ ਦੇ ਮਨਾਂ ਨੂੰ ਡੀਸੈਂਸਿਟਾਈਜ਼ ਇਸ ਤਰੀਕੇ ਨਾਲ ਕਰਦਾ ਹੈ ਕਿ ਜਿਹੜੀ ਚੀਜ਼ ਧਰਮ ਦੇ ਖਿਲਾਫ ਵੀ ਹੁੰਦੀ ਆ ਉਹ ਲੋਕ ਸਮਝਣ ਲੱਗ ਪੈਂਦੇ ਕਿ ਨਹੀਂ ਇਹ ਨੋਰਮਲ ਹੀ ਆ, ਇੱਦਾਂ ਹੀ ਚੱਲਦੀ ਆ ਦੁਨੀਆ। ਉਹ ਫਿਰ ਉਸ ਮੁਤਾਬਕ ਸਾਰੇ ਚੱਲਣ ਲੱਗ ਪੈਂਦੇ। ਉਹ ਭਾਵੇਂ ਰਿਸ਼ਤਿਆਂ ਦੇ ਵਿੱਚ ਗਿਰਾਵਟ ਆਵੇ ਜਾਂ ਧਾਰਮਿਕ ਸਥਾਨਾਂ 'ਤੇ ਗਿਰਾਵਟ ਆਵੇ, ਕਾਲ ਕੀ ਕਰਦਾ ਹੈ ਕਿ ਲੋਕਾਂ ਨੂੰ ਸਮਝਾਈ ਦਿੰਦਾ ਕਿ ਇਹ ਠੀਕ ਹੈ। ਤਾਂ ਹੀ ਇੱਥੇ ਜਿਹੜੀ ਵਿਚਾਰ ਕੀਤੀ ਸੀਗੀ ਕਿ ਲੋਕਾਂ ਨੂੰ ਧੱਕਾ ਕਰਨਾ, ਧਿਆਨ ਹੈ ਜਿਹੜਾ ਸ਼ਬਦ ਮਹਾਰਾਜ ਨੇ ਵਰਤਿਆ ਕਿ ਲੋਕਾਂ ਨਾਲ ਧੱਕਾ ਕਰਨਾ, ਇਹ ਪ੍ਰਵਾਨ ਹੋ ਜਾਣਾ ਕਲਯੁਗ ਦੇ ਵਿੱਚ। ਕਲਯੁਗ ਦੇ ਵਿੱਚ ਲੋਕਾਂ ਨੇ ਕਹਿਣਾ ਇਹ ਤਾਂ ਨੋਰਮਲ ਹੈ, ਕੋਈ ਗੱਲ ਨਹੀਂ, ਗਵਰਨਮੈਂਟ ਤਾਂ ਇੱਦਾਂ ਧੱਕਾ ਕਰਦੀ ਹੁੰਦੀ ਹੈ। ਲੋਕਾਂ ਨੇ ਸੋਚਣਾ ਨਹੀਂ। ਇਸ ਤਰੀਕੇ ਦੇ ਨਾਲ ਇਹਦੀ ਉਮਰ ਤਾਂ 4,80,000 ਸਾਲ ਆ ਇਸ ਕਲਯੁਗ ਦੀ, ਪਰ ਜਿਉਂ-ਜਿਉਂ ਇਹ ਚੱਲਦਾ ਜਾਊਗਾ ਇਹ ਤਾਂ ਇੱਥੇ ਬਹੁਤ ਅਨਰਥ ਹੋਣੇ ਆ ਦੁਨੀਆ ਦੇ ਵਿੱਚ। ਤਾਂ ਹੀ ਹੁਣ ਜਿਹੜਾ ਸਮਾਂ ਸਾਨੂੰ ਦਿੱਤਾ ਹੋਇਆ ਕਲਯੁਗ ਦੇ ਵਿੱਚ, ਸਤਯੁਗ ਦਾ ਇੱਕ ਪੀਰੀਅਡ ਆ ਸ਼ਾਂਤੀ ਵਾਲਾ, ਜਿੱਥੇ ਫਿਰ ਵੀ ਵਾਲਾ ਪ੍ਰਭਾਵ ਨਹੀਂ ਹੈਗਾ ਇੰਨਾ ਕਿ ਸਾਰੇ ਖਿਲਾਫ ਹੋਣ। ਕਿਉਂਕਿ ਜਦੋਂ ਇਹ ਸਿਖਰ 'ਤੇ ਪਹੁੰਚਿਆ ਨਾ, ਮਹਾਰਾਜ ਨੇ ਕਿਹਾ ਹੈ ਕਿ ਨਾਮ ਦੇ ਉਲਟ ਲੋਕਾਂ ਨੇ ਇੰਨਾ ਹੋਣਾ ਹੈ ਕਿ ਜੇ ਕੋਈ ਨਾਮ ਉਚਾਰਨ ਕਰੂਗਾ ਪਰਮਾਤਮਾ ਦਾ, ਉਹ ਉਹਨਾਂ ਨੂੰ ਸਜ਼ਾ ਮਿਲੂਗੀ ਜਾਂ ਉਹਨਾਂ ਨੂੰ ਬਦਨਾਮ ਕੀਤਾ ਜਾਊਗਾ ਜਗਤ ਵਿੱਚ। ਜਿਹਨੂੰ ਮਹਾਰਾਜ ਕਹਿੰਦੇ ਆ ਜੇ ਕੋ ਨਾਉ ਲੈ ਬਦਨਾਮੀ ਕਲ ਕੇ ਲੱਖਣ ਏ, ਕਿ ਕਲਯੁਗ ਦੇ ਲੱਛਣ ਹੁੰਦੇ ਆ, ਜਿਹਦਾ ਕੋਈ ਸਾਈਨ ਹੁੰਦੇ ਆ। ਇੱਦਾਂ ਗੁਰੂ ਸਾਹਿਬਾਨਾਂ ਨੇ ਭਗਤਾਂ ਨੇ ਦੇਖੇ ਕਿ ਸਾਈਨ ਜਿਹੜੇ ਆ ਕਲਯੁਗ ਦੇ, ਕਿ ਕਿਹੜੀ ਦਿਸ਼ਾ ਵਿੱਚ ਕਿਹੜੇ ਡਾਇਰੈਕਸ਼ਨ ਦੇ ਵਿੱਚ ਪੁਆਇੰਟ ਕਰ ਰਿਹਾ, ਅਤੇ ਉਹਨਾਂ ਨੇ ਦੇਖਿਆ ਕਿ ਨਾਮ ਤੋਂ ਉਲਟ ਲੋਕ ਹੋਣਗੇ, ਕੋਈ ਵਿਰਲੇ ਭਗਤੀ ਕਰਨ ਵਾਲੇ ਹੋਣੇ ਆ। ਹੁਣ ਤਾਂ ਹੀ ਸਾਨੂੰ ਆਹ ਮੌਕਾ ਬਹੁਤ ਸੋਹਣਾ ਆ ਜਿਹੜਾ ਮਹਾਰਾਜ ਨੇ ਬਖਸ਼ਿਆ ਹੋਇਆ। ਸਮਾਂ ਇਹ ਕਲਯੁਗ ਹਜੇ ਰਿੜ੍ਹਦਾ ਪਿਆ ਆ, ਜਦੋਂ ਇਹਨੂੰ ਜਵਾਨੀ ਚੜ੍ਹੀ ਤਾਂ ਪਤਾ ਨਹੀਂ ਇਹਨੇ ਕੀ ਇਸ ਦੁਨੀਆ ਦੇ ਵਿੱਚ ਕਰਨਾ ਕਲਯੁਗ ਨੇ। ਇਹ ਹੁਣ ਮਹਾਰਾਜ 'ਤੇ ਮਨਸਰ ਹੈ ਕਿ ਕਿੰਨਾ ਚਿਰ ਕਲਯੁਗ ਲਾਸਟ ਕਰੂਗਾ। ਕਈ ਵਾਰ ਕੀ ਹੁੰਦਾ ਹੈ ਕਿ ਐਸੇ ਜੀਵ ਜਿਹੜੇ ਆ ਭਗਤੀ ਕਰਦੇ ਹੁੰਦੇ ਆ,
ਭਗਤੀ ਕਰਦੇ ਕਰਦੇ ਉਹ ਪ੍ਰਮਾਤਮਾ ਦੇ ਅੱਗੇ ਜਦੋਂ ਬਹੁਤਾ ਅਨਰਥ ਹੁੰਦਾ ਇਸ ਦੁਨੀਆ ਦੇ ਵਿੱਚ, ਮਹਾਰਾਜ ਕੋਈ ਕਿਰਪਾ ਕਰਦੇ ਆ ਅਤੇ ਪਾਪ ਨੂੰ ਖਤਮ ਕਰ ਦਿੰਦੇ ਆ। ਇਹਨੇ ਆਪਣਾ ਸਾਈਕਲ ਤਾਂ ਜ਼ਰੂਰ ਪੂਰਾ ਕਰਨਾ ਹੈ, ਪਰ ਜ਼ਰੂਰੀ ਨਹੀਂ ਕਿ 4,80,000 ਸਾਲ ਹੀ ਲੱਗਣਗੇ। ਹੋ ਸਕਦਾ ਹੋਰ ਵੀ ਘੱਟ ਜਾਏ, ਜਿਵੇਂ ਪਾਪ ਕਰਦਾ ਜੀਵ ਉਮਰ ਘੱਟ ਜਾਂਦੀ ਹੈ, ਇੱਦਾਂ ਹੀ ਕਲਯੁੱਗ ਜਿਹੜਾ ਹੈ ਇਹਦੀ ਵੀ ਉਮਰ ਘਟੂਗੀ ਜੇ ਪਾਪ ਕਰੇ ਜਾਊਗਾ। ਅਤੇ ਇੱਦਾਂ ਆ ਕਿ ਸਾਡਾ ਮਕਸਦ ਇਹ ਆ ਕਿ ਅਸੀਂ ਇੱਥੋਂ ਨਿਕਲੀਏ, ਅਸੀਂ ਇਸ ਤਰੀਕੇ ਨਾਲ ਜਨਮ ਮਰਨ ਦੇ ਗੇੜ ਦੇ ਵਿੱਚੋਂ ਨਿਕਲੀਏ ਕਿ ਸਾਨੂੰ ਮੁੜ ਕੇ ਨਾ ਇੱਥੇ ਆਉਣਾ ਪਵੇ। ਅਸੀਂ ਫਿਰ ਸੱਚ ਵਿੱਚ ਸਮਾ ਸਕਦੇ ਹਾਂ, ਜਿੱਥੇ ਆਨੰਦ ਆ ਉਹ ਪਰਮਹੰਸ ਦੀ ਅਵਸਥਾ ਨੂੰ ਅਸੀਂ ਮੁੜ ਕੇ ਹਾਸਲ ਕਰ ਲਈਏ, ਜਿੱਥੇ ਅਸੀਂ ਓਰੀਜਨਲੀ ਆਏ ਸੀ, ਉੱਥੇ ਫਿਰ ਸਦੀਵੀ ਆਨੰਦ ਵਿੱਚ ਰਹਾਂਗੇ। ਸੋ ਅੱਜ ਇੰਨੀਆਂ ਹੀ ਬੇਨਤੀਆਂ ਸਨ। ਜੇ ਬੋਲਦਿਆਂ ਹੋਇਆ ਕੋਈ ਅੱਖਰ ਵਾਧਾ ਘੱਟਾ ਭੁੱਲ ਚੁੱਕ ਹੋ ਗਿਆ ਹੋਵੇ, ਅਣਜਾਣ ਸਮਝ ਕੇ ਮਾਫ਼ ਕਰਨਾ ਜੀ। ਬਾਕੀ ਇਹ ਕਿ ਜਿਹੜੀਆਂ ਵੀਡੀਓਜ਼ ਆ ਅਸੀਂ YouTube 'ਤੇ ਚੜ੍ਹ ਰਹੇ ਹਾਂ, ਹੌਲੀ ਹੌਲੀ ਜਿਹੜੇ ਟੋਪਿਕ ਅਸੀਂ ਕਵਰ ਨਹੀਂ ਕੀਤੇ ਉਹਨਾਂ ਨੂੰ ਪਹਿਲ ਦਿੱਤੀ ਜਾਊਗੀ। ਕਈ ਵਾਰੀ ਕੋਈ ਜ਼ਰੂਰੀ ਟੋਪਿਕ ਹੁੰਦਾ ਆ, ਅਸੀਂ ਚਾਹੁੰਦੇ ਹੁੰਦੇ ਆ ਕਿ ਉਹ ਕਵਰ ਕੀਤਾ ਜਾਏ, ਕਿਉਂਕਿ ਇੱਕ ਪਾਸੇ ਕਾਲ ਨੇ ਭਰਮ ਪਾਉਣੇ ਆ ਸੰਸਾਰ ਵਿੱਚ, ਅਤੇ ਅਸੀਂ ਚਾਹੁੰਦੇ ਹਾਂ ਕਿ ਲੋਕ ਭਰਮ 'ਚ ਨਾ ਪੈਣ, ਉਹ ਭਰਮ ਜਿਹੜੇ ਆ ਉਹ ਕਲੀਅਰ ਕੀਤੇ ਜਾਣ। ਅਤੇ ਜੇ ਕੋਈ ਵੀ ਕਦੇ ਸਵਾਲ ਹੁੰਦਾ ਹੈ, ਤੁਸੀਂ ਉਸ ਈਮੇਲ ਐਡਰੈਸ 'ਤੇ universityofdivinestudies@gmail.com ਉਹਦੇ 'ਤੇ ਭੇਜ ਸਕਦੇ ਹਾਂ। ਉੱਥੇ ਜੇ ਸਾਡਾ ਫ਼ੋਨ ਨੰਬਰ ਚਾਹੀਦਾ ਉੱਥੋਂ ਅਸੀਂ ਤੁਹਾਨੂੰ ਪ੍ਰੋਵਾਈਡ ਕਰ ਦਾਂਗੇ। ਜਦੋਂ ਅਸੀਂ ਛੋਟੇ ਸੀਗੇ ਤਾਂ ਸਾਨੂੰ ਬਜ਼ੁਰਗ ਕਹਿ ਦਿੰਦੇ ਹੁੰਦੇ ਸੀਗੇ ਕਿ ਸੰਤਾਂ ਨੂੰ ਸਵਾਲ ਨਾ ਵਾਲੇ ਪੁੱਛਿਆ ਕਰੋ ਕਿ ਸੰਤ ਗੁੱਸੇ ਹੋ ਜਾਣਗੇ। ਅਤੇ ਸਾਨੂੰ ਬੜੀ ਖੁਸ਼ੀ ਚੜ੍ਹੀ ਜਦੋਂ ਪਿਤਾ ਜੀ ਦੀ ਸੰਗਤ ਮਿਲੀ। ਪਿਤਾ ਜੀ ਐਸੇ ਮਹਾਂਪੁਰਖ ਆ ਜਿਨ੍ਹਾਂ ਨੇ ਸਾਨੂੰ ਕਿਹਾ ਕਿ ਪੁੱਛੋ, ਪੁੱਛੀ ਜਾਓ, ਅਤੇ ਅਸੀਂ ਪੁੱਛੀ ਜਾਣੇ ਸਵਾਲ। ਅਤੇ ਇੱਕ ਪੁਆਇੰਟ ਐਸਾ ਆਇਆ ਕਿ ਸਵਾਲ ਹੀ ਮੁੱਕ ਗਏ। ਅਤੇ ਜਿੰਨਾ ਚਿਰ ਸਾਡੇ ਮਨ 'ਚ ਸਵਾਲ ਹੁੰਦਾ ਆ ਅਤੇ ਜੇ ਉਹ ਪੁੱਛਦੇ ਨਹੀਂ ਅਤੇ ਉਹ ਫਿਰ ਸਾਡੇ ਮਨ 'ਚ ਜਿਹੜੀ ਸ਼ੰਕਾ ਆ, ਫੁਰਨੇ ਆ, ਉਹ ਕਈ ਵਾਰੀ ਹਟਦੇ ਨਹੀਂ। ਤਾਂ ਸਵਾਲ ਜੇ ਮਨ 'ਚ ਆ ਜਾਂਦਾ ਹੈ, ਤੁਸੀਂ ਉੱਥੇ ਈਮੇਲ 'ਤੇ ਵੀ ਪੁੱਛ ਸਕਦੇ। ਜੇ ਤੁਹਾਨੂੰ ਕੋਈ ਇੱਦਾਂ ਲੱਗਦਾ ਵਿਚਾਰ ਗਲਤ ਹੋ ਗਈ ਹੋਵੇ ਤਾਂ ਵੀ ਦੱਸ ਦਿਆ ਕਰੋ, ਉਹ ਫਿਰ ਸਾਡੇ ਇੱਦਾਂ ਗਿਆਨ 'ਚ ਸਾਰਿਆਂ ਦਾ ਵਾਧਾ ਹੀ ਹੋਊਗਾ, ਹੈ ਨਾ। ਅਤੇ ਡਰਨ ਦੀ ਲੋੜ ਨਹੀਂ ਹੈਗੀ। ਪਹਿਲੀ ਤਾਂ ਗੱਲ, ਅਸੀਂ ਆਪਣੇ ਆਪ ਨੂੰ ਸੰਤ ਨਹੀਂ ਅਖਵਾਉਂਦੇ, ਅਸੀਂ ਸਾਰੇ ਗੁਰੂ ਸਾਹਿਬ ਦੇ ਸਿੱਖ ਹਾਂ, ਅਤੇ ਮਹਾਰਾਜ ਕਿਰਪਾ ਕਰਨ ਕਿ ਅਸੀਂ ਸਾਰੇ ਪ੍ਰਮਾਤਮਾ ਦੇ ਵਿੱਚ ਲੀਨ ਹੋਈਏ। ਇੰਨੀਆਂ ਅੱਜ ਬੇਨਤੀਆਂ ਸਨ। ਅੱਖਰ ਵਾਧਾ ਘੱਟਾ ਭੁੱਲ ਚੁੱਕ ਮਾਫ਼ ਕਰਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।